ਹੈਲੋ एवरीवन ਗਿਲਸ ਮੈਂਟੋਰ ਦੇ ਅਫੀਸ਼ੀਅਲ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਪੰਜਾਬ ਪਟਵਾਰੀ ਐਗਜ਼ਾਮੀਨੇਸ਼ਨ ਲਈ ਅਕਾਊਂਟਸ ਦਾ ਲੈਕਚਰ ਅੱਜ ਅਸੀਂ 47 ਦੇਖਣ ਲੱਗੇ ਹਾਂ। ਅੱਜ ਅਸੀਂ ਆਪਣਾ ਟੈਸਟ ਨੰਬਰ 8 ਕਰਾਂਗੇ। ਸੰਡੇ ਅੱਜ ਅਸੀਂ ਮੈਂ 50 ਮਲਟੀਪਲਾਈ ਕੁਐਸਚਨਸ ਲਵਾਂਗਾ ਤੁਹਾਡੇ ਤੋਂ, ਜਿਵੇਂ ਆਪਾਂ ਹਰੇਕ ਸੰਡੇ ਤੋਂ ਲੈਂਦਾ ਆ ਰਹੇ ਹਾਂ। ਠੀਕ ਹੈ ਫਰੈਂਡਸ, ਤਾਂ ਮੈਨੂੰ ਉਮੀਦ ਹੈ ਤੁਸੀਂ ਜਦੋਂ ਸਾਡਾ ਲੈਕਚਰ ਖਤਮ ਹੋਏਗਾ ਤੁਸੀਂ ਆਪਣੇ ਕੁਐਸਚਨਸ ਅਟੈਂਪਟ ਜਿਹੜੇ ਤੁਹਾਨੂੰ ਕੀਤੇ ਹੈ, ਜਿੰਨੇ ਤੁਹਾਡੇ ਠੀਕ ਹੈ ਉਹ ਤੁਸੀਂ ਜ਼ਰੂਰ ਕਮੈਂਟ ਵਿੱਚ ਪਾਓਗੇ ਅਤੇ ਇਸ ਨਾਲ ਮੈਨੂੰ ਐਨਾਲਾਈਜ਼ ਹੋ ਜਾਏਗਾ ਕਿ ਕਿਵੇਂ ਜੋ ਕਰਾ ਰਹੇ ਹੋ ਤੁਹਾਨੂੰ ਸਮਝ ਆ ਰਿਹਾ ਜਾਂ ਨਹੀਂ ਆ ਰਿਹਾ। ਠੀਕ ਹੈ ਨਾ ਫਰੈਂਡਸ, ਤਾਂ ਮੈਨੂੰ ਉਮੀਦ ਹੈ ਜੋ ਪਿਛਲੇ ਲੈਕਚਰ ਵਿੱਚ ਮੈਂ ਟੈਸਟ ਲਿੱਤੇ ਨੇ ਤੁਹਾਡੇ ਤੋਂ ਉਸ ਵਿੱਚ ਤੁਸੀਂ ਜ਼ਰੂਰ ਅੱਛਾ ਪਰਫੋਰਮੈਂਸ ਦਿੱਤੀ ਹੋਣੀ। ਠੀਕ ਹੈ, ਅਤੇ ਜਿਹੜੇ ਬੱਚਿਆਂ ਨੇ ਕਮੈਂਟ ਨਹੀਂ ਵੀ ਕੀਤਾ ਮੈਨੂੰ ਉਹਨਾਂ ਤੋਂ ਵੀ ਉਮੀਦ ਹੈ ਕਿ ਉਹਨਾਂ ਨੇ ਅੱਛਾ ਪਰਫੋਰਮੈਂਸ ਜ਼ਰੂਰ ਦਿੱਤੀ ਹੋਣੀ। ਲੈਕਚਰ ਸਟਾਰਟ ਕਰਨ ਤੋਂ ਪਹਿਲਾਂ ਪੰਜਾਬ ਪਟਵਾਰੀ ਐਗਜ਼ਾਮੀਨੇਸ਼ਨ ਲਈ ਤੁਹਾਨੂੰ ਮੌਕ ਟੈਸਟ ਪ੍ਰੋਵਾਈਡ ਕੀਤੇ ਜਾ ਰਹੇ ਨੇ, ਸੈਕਸ਼ਨਲ ਟੈਸਟ ਪ੍ਰੋਵਾਈਡ ਕੀਤੇ ਜਾ ਰਹੇ ਨੇ, ਈ ਬੁੱਕਸ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ। ਜਿਹੜੇ ਬੱਚੇ ਖਰੀਦਣਾ ਚਾਹੁੰਦੇ ਹਨ ਔਰ www.gilsmentor.test.com ਤੋਂ ਜਾ ਕੇ ਖਰੀਦ ਸਕਦੇ ਹਨ ਅਤੇ ਆਪਣੀ ਤਿਆਰੀ ਨੂੰ ਹੋਰ ਪੱਕਾ ਕਰ ਸਕਦੇ ਹਨ। ਠੀਕ ਹੈ ਫਰੈਂਡਸ, ਅੱਜ ਮੈਂ ਜੋ ਤੁਹਾਨੂੰ ਫਾਈਨੈਂਸ਼ੀਅਲ ਅਕਾਊਂਟਿੰਗ ਕਰਾ ਚੁੱਕਾ ਉਸਦੀ ਇੱਕ ਪ੍ਰੈਕਟਿਸ, ਉਸਦਾ ਇੱਕ ਟੈਸਟ ਹੋਏਗਾ। ਠੀਕ ਹੈ, ਜੋ ਅਸੀਂ ਹੁਣ ਪਿੱਛੇ ਕਰਕੇ ਆਏ ਹਾਂ ਫਾਈਨੈਂਸ਼ੀਅਲ ਅਕਾਊਂਟਿੰਗ ਦੇ ਕਾਫੀ ਟੌਪਿਕਸ ਕਰਕੇ ਆਏ ਹਾਂ, ਉਸ ਦੇ ਉੱਪਰ ਅੱਜ ਮੈਂ 50 ਮਲਟੀਪਲਾਈ ਕੁਐਸਚਨਸ ਲਵਾਂਗਾ। ਠੀਕ ਹੈ ਫਰੈਂਡਸ, ਸੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਵੱਧ ਤੋਂ ਵੱਧ ਕੁਐਸਚਨ ਆਉਂਦੇ ਹੋਣੇ। ਠੀਕ ਹੈ, ਤਾਂ ਆਪਾਂ ਪਹਿਲਾ ਕੁਐਸਚਨ ਦੇਖਦੇ ਹਾਂ। XYZ Limited paid wages of 8,000 for erection of machinery. The journal entry for the transactions is ਦੱਸੋ। ਕੋਈ ਪੇਡ ਵੇਜਿਸ ਦਿੱਤੇ ਨੇ, ਮੈਨੇ ਕੋਈ ਇਰੈਕਸ਼ਨ ਕਰਾਈ ਹੈ ਮਸ਼ੀਨਰੀ ਦੀ, ਉਹਦੇ ਲਈ ਮੈਨੇ 8,000 ਰੁਪਇਆ ਪੇ ਕੀਤਾ ਹੈ ਵੇਜਿਸ ਨੂੰ, ਤਾਂ ਉਹਦੀ ਜਨਰਲ ਐਂਟਰੀ ਕੀ ਹੋਏਗੀ ਮੈਨੂੰ ਦੱਸੋ। ਡੈਬਿਟ ਵੇਜਿਸ, ਕ੍ਰੈਡਿਟ ਕੈਸ਼, ਡੈਬਿਟ ਮਸ਼ੀਨਰੀ, ਕ੍ਰੈਡਿਟ ਕੈਸ਼, ਡੈਬਿਟ ਵੇਜਿਸ, ਕ੍ਰੈਡਿਟ ਇਰੈਕਸ਼ਨ ਚਾਰਜਿਸ, ਡੈਬਿਟ ਮਸ਼ੀਨਰੀ, ਕ੍ਰੈਡਿਟ ਇਰੈਕਸ਼ਨ ਚਾਰਜਿਸ। ਦੱਸੋ, 5 ਸੈਕਿੰਡ ਤੁਹਾਡੇ ਕੋਲ। ਇਹਦਾ ਆਨਸਰ ਆ ਜਾਏਗਾ ਬੀ ਆਪਸ਼ਨ, ਡੈਬਿਟ ਮਸ਼ੀਨਰੀ ਕ੍ਰੈਡਿਟ ਕੈਸ਼। ਕਿਉਂ ਡੈਬਿਟ ਮਸ਼ੀਨਰੀ ਹੋਇਆ? ਕਿਉਂਕਿ ਜਿਹੜੇ ਇਰੈਕਸ਼ਨ ਚਾਰਜਿਸ ਨੇ ਉਹ ਮਸ਼ੀਨਰੀ ਦੇ ਵਿੱਚ ਹੀ ਇਨਕਲੂਡ ਹੋ ਜਾਂਦੇ ਨੇ। ਠੀਕ ਹੈ ਫਰੈਂਡਸ, ਸੋ ਇਹ ਮਸ਼ੀਨਰੀ ਦਾ ਹੀ ਪਾਰਟ ਜਾ ਕੇ ਬਣਨਗੇ। ਠੀਕ ਹੈ, ਉਹ ਅਲੱਗ ਤੋਂ ਕੋਈ ਮੈਂ ਵੇਜਿਸ ਨਹੀਂ ਪੇ ਕਰ ਰਿਹਾ। ਵੇਜਿਸ ਮੈਂ ਉਹਦੇ ਲਿਖੀ ਜ਼ਰੂਰ ਨੇ, ਮਗਰ ਮੈਨੇ ਸਟੇਟਮੈਂਟ ਪੜ੍ਹਨੀ ਹੈ ਅਤੇ ਦੇਖਣੀ ਹੈ ਕਿ ਇਹ ਮਸ਼ੀਨਰੀ ਦਾ ਹੀ ਮੇਰਾ ਖਰਚਾ ਹੈ, ਤਾਂ ਮੈਂ ਮਸ਼ੀਨਰੀ ਦੇ ਅਕਾਊਂਟ 'ਚ ਜਾ ਕੇ ਉਸ ਨੂੰ ਐਡ ਕਰਾਂਗਾ ਉਹਦਾ ਖਰਚਾ। ਠੀਕ ਹੈ, ਡੈਬਿਟ ਮਸ਼ੀਨਰੀ ਕ੍ਰੈਡਿਟ ਕੈਸ਼ ਅਕਾਊਂਟ। ਕੈਸ਼ ਹੱਥੋਂ ਗਿਆ ਤਾਂ ਕੈਸ਼ ਅਕਾਊਂਟ ਕ੍ਰੈਡਿਟ ਹੁੰਦਾ, ਜਿਹਦੀ ਯੂਸੇਜ ਲਿੱਤੀ ਹੈ, ਜਿਹਦੀ ਆਪਾਂ ਨੇ ਕੁਝ ਕਰਾਇਆ ਉਹਨੂੰ ਮੈਂ ਡੈਬਿਟ ਕੀਤਾ ਹੈ। ਠੀਕ ਹੈ, ਠੀਕ ਹੈ ਫਰੈਂਡਸ, ਤਾਂ ਆਪਾਂ ਨੈਕਸਟ ਕੰਸੈਪਟ ਕਰਦੇ ਹਾਂ, ਨੈਕਸਟ ਕੁਐਸਚਨ ਕਰਦੇ ਹਾਂ। ਵਿਚ ਆਫ ਦਾ ਫੋਲੋਇੰਗ ਟ੍ਰਾਂਜੈਕਸ਼ਨਸ ਆਫ ਅ ਬਿਜ਼ਨਸ ਇਜ਼ ਆਰ ਰਿਕਾਰਡਡ ਇਨ ਜਨਰਲ ਪ੍ਰੋਪਰ। ਵਿੱਚੋਂ ਕਿਹੜੀ ਟ੍ਰਾਂਜੈਕਸ਼ਨਸ ਮੈਂ ਜਨਰਲ ਪ੍ਰੋਪਰ 'ਚ ਰਿਕਾਰਡ ਕਰਾਂਗਾ? ਪਰਚੇਸਿਸ ਆਫ ਗੁਡਸ ਔਨ ਕ੍ਰੈਡਿਟ, ਸੇਲ ਆਫ ਆਫਿਸ ਫॉर कैश, डिस्काउंटिंग ऑफ बिल ऑफ एक्सचेंज विद द बैंक, इंडोर्समेंट ऑफ अ बिल ऑफ एक्सचेंज इन सैटलमेंट ऑफ द डेप्ट ऑफ द बिजनेस। ਦੱਸੋ ਵਿੱਚੋਂ ਕਿਹੜੀ ਇੱਕ ਟ੍ਰਾਂਜੈਕਸ਼ਨਸ ਹੈ ਜਾਂ ਕਿੰਨੀਆਂ ਟ੍ਰਾਂਜੈਕਸ਼ਨਸ ਹੈ ਜੋ ਮੈਂ ਜਨਰਲ ਪ੍ਰੋਪਰ 'ਚ ਕਰਾਂਗਾ। ਆਪਸ਼ਨ ਹੈਗਾ ਫਸਟ ਅਬਾਊ, ਸੈਕਿੰਡ ਹੈ ਫੋਰਥ ਅਬਾਊ, ਥਰਡ ਹੈ ਸੈਕਿੰਡ ਐਂਡ ਫੋਰਥ ਅਬਾਊ, ਡੀ ਹੈ ਫਸਟ ਥਰਡ ਅਤੇ ਫੋਰਥ ਅਬਾਊ। ਦੱਸੋ ਵਿੱਚੋਂ ਕਿਹੜੀ ਟ੍ਰਾਂਜੈਕਸ਼ਨ ਹੋਏਗੀ। 5 ਸੈਕਿੰਡ ਤੁਹਾਡੇ ਕੋਲ। ਇਹਦਾ ਆਨਸਰ ਆਏਗਾ ਬੀ ਆਪਸ਼ਨ, ਐਂਡੋਰਸਮੈਂਟ ਆਫ ਦੀ ਬਿਲ ਆਫ ਐਕਸਚੇਂਜ ਇਨ ਸੈਟਲਮੈਂਟ ਆਫ ਦੀ ਡੈਪਟ ਆਫ ਦੀ ਬਿਜ਼ਨਸ। ਮੈਨੇ ਕੋਈ ਐਂਡੋਰਸ ਕਰਦਾ ਬਿਲ ਆਫ ਐਕਸਚੇਂਜ, ਦੋ ਪਾਰਟੀਆਂ ਸੀ। ਠੀਕ ਹੈ, ਏ ਨੇ ਬੀ ਤੋਂ ਪੈਸੇ ਲੈਣੇ ਸੀ, ਮਗਰ ਏ ਨੇ ਅੱਗੋਂ ਵੀ ਸੀ ਨੂੰ ਪੈਸੇ ਦੇਣੇ ਸੀ। ਠੀਕ ਹੈ, ਤਾਂ ਏ ਨੇ ਜਿਹੜਾ ਬੀ ਤੋਂ ਪੈਸੇ ਲੈਣੇ ਸੀ, ਠੀਕ ਹੈ, ਬੀ ਵਾਲਾ ਜਿਹੜਾ ਬਿੱਲ ਸੀ ਉਸ ਕੋਲ, ਤਾਂ ਉਹਨੇ ਚੱਕ ਕੇ ਸੀ ਨੂੰ ਦੇ ਦਿੱਤਾ ਅਤੇ ਇਹਨੇ ਆਪ ਵਿੱਚੋਂ ਨਿਕਲ ਗਿਆ, ਕਿਉਂਕਿ ਹੁਣ ਇਹ ਕਹਿੰਦਾ ਸੀ ਨੂੰ ਕਿ ਤੂੰ ਸੀ ਬੀ ਤੋਂ ਪੈਸੇ ਲੈ ਲਈ ਆਪੇ। ਠੀਕ ਹੈ, ਜਦੋਂ 3 ਮਹੀਨਿਆਂ ਬਾਅਦ ਜਾਂ ਜਿੰਨੇ ਮਹੀਨਿਆਂ ਬਾਅਦ ਪੇਮੈਂਟ ਦਾ ਟਾਈਮ ਆਏਗਾ, ਡਿਊ ਡੇਟ ਆਏਗੀ, ਤੂੰ ਉਸ ਤੋਂ ਪੈਸੇ ਲੈ ਲਈ। ਤਾਂ ਇਹ ਐਸੀ ਐਂਟਰੀ ਹਮੇਸ਼ਾ ਮੈਂ ਜਨਰਲ ਪ੍ਰੋਪਰ 'ਚ ਪਾਉਂਦਾ। ਪਰਚੇਸਿਸ ਆਫ ਗੁਡਸ ਔਨ ਕ੍ਰੈਡਿਟ ਇਹ ਮੈਂ ਕਿਸ 'ਚ ਪਾਵਾਂਗਾ ਦੱਸੋ ਮੈਨੂੰ। ਪਰਚੇਸਿਸ ਬੁੱਕ 'ਚ ਪਾਵਾਂਗਾ। ਸੇਲ ਆਫ ਦੀ ਆਫਿਸ ਫਰਨੀਚਰ ਫॉर ਕੈਸ਼, ਕੈਸ਼ ਬੁੱਕ 'ਚ ਆ ਜਾਏਗਾ। ਠੀਕ ਹੈ, ਡਿਸਕਾਊਂਟਿੰਗ ਆਫ ਦੀ ਬਿਲ ਆਫ ਐਕਸਚੇਂਜ ਵਿਦ ਦਾ ਬੈਂਕ, ਇਹ ਬੈਂਕ ਦੀ ਟ੍ਰਾਂਜੈਕਸ਼ਨਸ ਹੈ, ਇਹ ਵੀ ਨਹੀਂ ਆਉਣੀ। ਠੀਕ ਹੈ ਨਾ ਫਰੈਂਡਸ, ਤਾਂ ਆਪਣਾ ਬੀ ਆਪਸ਼ਨ ਆ ਜਾਏਗਾ। ਠੀਕ ਹੈ, R Limited makes purchases on credit if the purchases are not as per the specifications. Thus, company return them to suppliers. The book that is used to record such returns. ਦੱਸੋ ਇੱਕ ਆਰ ਲਿਮਟਿਡ ਕੰਪਨੀ ਹੈ, ਉਹਨੇ ਮਾਲ ਖਰੀਦਿਆ ਉਧਾਰੀ ਤੇ ਮਗਰ ਉਹ ਮਾਲ ਉਸ ਤਰ੍ਹਾਂ ਨਹੀਂ ਨਿਕਲਿਆ। ਮੇਰੇ ਕੋਲ ਕੁਛ ਕੁ ਮਾਲ ਹੋਏਗਾ ਕਿ ਉਸ ਹਿਸਾਬ ਸੇ ਨਹੀਂ ਨਿਕਲਿਆ, ਉਸ ਸਪੈਸੀਫਿਕੇਸ਼ਨ ਦੇ ਹਿਸਾਬ ਸੇ ਨਹੀਂ ਨਿਕਲਿਆ, ਤਾਂ ਉਹਨੇ ਵਾਪਸ ਕਰਤਾ ਸਪਲਾਇਰ ਨੂੰ। ਤਾਂ ਮੈਂ ਕਿਹੜੀ ਬੁੱਕ 'ਚ ਰਿਕਾਰਡ ਕਰਾਂਗਾ ਦੱਸੋ। ਰਿਟਰਨਸ ਇਨਵਰਡ ਬੁੱਕ, ਰਿਟਰਨਸ ਆਊਟਵਰਡ ਬੁੱਕ, ਕੈਸ਼ ਬੁੱਕ, ਜਨਰਲ ਪ੍ਰੋਪਰ।
ਇਹ ਆ ਜਾਏਗਾ ਰਿਟਰਨਸ ਆਊਟਵਰਡ ਬੁੱਕ। ਠੀਕ ਹੈ ਫਰੈਂਡਸ, ਪਰਚੇਸਿਸ ਰਿਟਰਨ ਨੂੰ ਆਪਾਂ ਕੀ ਕਹਿੰਦੇ ਆ, ਰਿਟਰਨਸ ਆਊਟਵਰਡ ਬੁੱਕ। ਮੈਂ ਉਸ ਵਿੱਚ ਜਾ ਕੇ ਰਿਕਾਰਡ ਕਰਾਂਗਾ ਕਿ ਮੈਨੇ ਕਿੰਨੀਆਂ ਪਰਚੇਸਿਸ ਵਾਪਸ ਕੀਤੀਆਂ ਨੇ। ਠੀਕ ਹੈ ਫਰੈਂਡਸ, ਅਗਲਾ ਕੁਐਸਚਨ ਹੈ ਦ ਪੀਰੀਓਡਿਕਲ ਟੋਟਲ ਆਫ ਡਿਸਕਾਊਂਟ ਕੋਲਮ ਔਨ ਰਿਸਿਪਟ ਸਾਈਡ ਆਫ ਟ੍ਰਿਪਲ ਕੋਲਮ ਕੈਸ਼ ਬੁੱਕ ਇਸ ਰਿਕਾਰਡਡ ਔਨ ਦਾ ਰਿਕਾਰਡਡ ਟੂ ਦਾ। ਕਿੱਥੇ ਰਿਕਾਰਡ ਕਰਾਂਗਾ, ਜਿਹੜੀ ਮੈਂ ਟ੍ਰਿਪਲ ਕੋਲਮ ਕੈਸ਼ ਬੁੱਕ ਆਪਾਂ ਦੇਖੀ ਸੀ ਉਸ ਵਿੱਚ ਡਿਸਕਾਊਂਟ ਕੋਲਮ ਹੁੰਦਾ। ਠੀਕ ਹੈ, ਦੋ ਸਾਈਡ ਹੁੰਦੀਆਂ ਆਪਣੀਆਂ, ਇਹ ਰਿਸਿਪਟ ਸਾਈਡ ਹੈ, ਇਹ ਪੇਮੈਂਟ ਸਾਈਡ ਹੈ। ਇਸ ਵਿੱਚ ਤਿੰਨ ਕੋਲਮ ਹੋਏਗੀਆਂ ਕਿਉਂਕਿ ਇਹ ਟ੍ਰਿਪਲ ਕੋਲਮ ਪੁੱਛ ਰਿਹਾ। ਇੱਕ ਡਿਸਕਾਊਂਟ ਦਾ ਕੋਲਮ ਹੁੰਦਾ, ਇੱਕ ਕੈਸ਼ ਦਾ ਹੁੰਦਾ, ਇੱਕ ਬੈਂਕ ਦਾ ਹੁੰਦਾ। ਉਹ ਪੁੱਛਿਆ ਜਿਹੜਾ ਡਿਸਕਾਊਂਟ ਕੋਲਮ ਹੈ ਰਿਸਿਪਟ ਸਾਈਡ ਦਾ, ਉਹਦੀ ਜਿਹੜੀ ਐਂਟਰੀਜ਼ ਹੈ ਉਹ ਮੈਂ ਕਿਵੇਂ ਰਿਕਾਰਡ ਕਰਾਂਗਾ, ਦੱਸੋ ਮੈਨੂੰ। ਕਿਹੜੀ ਸਾਈਡ ਰਿਕਾਰਡ ਕਰਾਂਗਾ, ਕ੍ਰੈਡਿਟ ਸਾਈਡ ਆਫ ਡਿਸਕਾਊਂਟ ਅਕਾਊਂਟ ਵਿੱਚ ਕਰਾਂਗਾ, ਕ੍ਰੈਡਿਟ ਸਾਈਡ ਆਫ ਪ੍ਰੋਵੀਜ਼ਨ ਫॉर ਡਿਸਕਾਊਂਟ ਅਕਾਊਂਟ 'ਚ ਕਰਾਂਗਾ, ਡੈਬਿਟ ਸਾਈਡ ਆਫ ਦੀ ਡਿਸਕਾਊਂਟ ਅਕਾਊਂਟ 'ਚ ਕਰਾਂਗਾ, ਕ੍ਰੈਡਿਟ ਸਾਈਡ ਆਫ ਡੈਟਸ ਅਕਾਊਂਟ ਕਰਾਂਗਾ। ਦੱਸੋ ਕਿਹੜਾ ਆਪਸ਼ਨ ਠੀਕ ਹੋਏਗਾ ਇਸ 'ਚੋਂ। 5 ਸੈਕਿੰਡ ਤੁਹਾਡੇ ਕੋਲ। ਇਹਦਾ ਆंसर ਆ ਜਾਏਗਾ ਡੈਬਿਟ ਸਾਈਡ ਆਫ ਦ ਡਿਸਕਾਊਂਟ ਅਕਾਊਂਟ। ਠੀਕ ਹੈ ਫਰੈਂਡਸ, ਕੀ ਆंसर ਆ ਜਾਏਗਾ, ਮੈਂ ਉਹ ਕਿੱਥੇ ਰਿਕਾਰਡ ਕਰਾਂਗਾ, ਜਿੰਨੀਆਂ ਵੀ ਮੈਂ ਟ੍ਰਾਂਜੈਕਸ਼ਨਸ ਕਰ ਰਿਹਾ ਡਿਸਕਾਊਂਟ ਕੋਲਮ 'ਚ, ਜਿਹੜੀ ਵੀ ਮੈਂ ਟ੍ਰਾਂਜੈਕਸ਼ਨਸ ਪਾ ਰਿਹਾ ਕੈਸ਼ ਬੁੱਕ ਦੁਆਰਾ, ਤਾਂ ਉਹਨੂੰ ਮੈਂ ਕਿਹੜੇ ਅਕਾਊਂਟ 'ਚ ਪਾ ਦਾਂਗਾ, ਕਿਸ ਸਾਈਡ ਪਾ ਦਾਂਗਾ, ਡੈਬਿਟ ਸਾਈਡ ਆਫ ਡਿਸਕਾਊਂਟ ਅਕਾਊਂਟ ਵਿੱਚ। ਠੀਕ ਹੈ ਫਰੈਂਡਸ, ਪਹਿਲਾ ਕੁਐਸਚਨ ਹੈ ਡਬਲ ਐਂਟਰੀ ਬੁੱਕ ਕੀਪਿੰਗ ਇਨਵੋਲਵਸ। ਡਬਲ ਐਂਟਰੀ ਬੁੱਕ 'ਚ ਕੀ ਇਨਵੋਲਵ ਹੁੰਦਾ ਦੱਸੋ ਮੈਨੂੰ। ਤੁਹਾਨੂੰ ਪਤਾ ਹੀ ਹੋਏਗਾ ਡਬਲ ਐਂਟਰੀ ਦਾ ਕੀ ਐਸਪੈਕਟ ਹੁੰਦਾ, ਤਾਂ ਉਹਦੇ ਤੁਸੀਂ ਆਰਾਮ ਨਾਲ ਆਂਸਰ ਦੇ ਸਕਦੇ ਹੋ। Two accounts being effective for cash transactions which are equal and opposite to one another. Two set of books being kept for the business bookkeeping being kept by more than one person. Every transaction is recorded once in the journal, again in the ledger. ਕਿਹੜਾ ਆਪਸ਼ਨ ਠੀਕ ਹੋਏਗਾ ਡਬਲ ਐਂਟਰੀ ਦੇ ਹਿਸਾਬ ਸਿਰ, ਦੱਸੋ ਕੀ ਕਹਿੰਦਾ ਡਬਲ ਐਂਟਰੀ ਬੁੱਕਕੀਪਿੰਗ। ਇਹਦਾ ਆਂਸਰ ਆ ਜਾਏਗਾ ਇਹ ਆਪਸ਼ਨ। ਟੂ ਅਕਾਊਂਟਸ ਇਫੈਕਟ ਹੁੰਦੇ ਨੇ। ਠੀਕ ਹੈ, ਦੋ ਬੰਦਿਆਂ 'ਚ ਜਾਂ ਕਿਸੇ ਵੀ ਆਪਾਂ ਦੁਆਰਾ ਟ੍ਰਾਂਜੈਕਸ਼ਨਸ ਹੁੰਦੀ ਹੈ, ਕੈਸ਼ ਦੀ ਟ੍ਰਾਂਜੈਕਸ਼ਨ ਹੋਈ ਹੈ, ਕੈਸ਼ ਵਿੱਚ ਆਪਾਂ ਨੇ ਕੁਝ ਕੈਸ਼ ਦਿੱਤਾ ਕਿਸੇ ਨੂੰ, ਤਾਂ ਕੁਝ ਲਿੱਤਾ ਵੀ ਤਾਂ ਹੈ। ਜੇ ਸਪੋਜ਼ ਕਰੋ ਮੈਂ ਮਸ਼ੀਨਰੀ ਖਰੀਦੀ ਹੈ ਤਾਂ ਮੈंने ਕੈਸ਼ ਦੇ ਕੇ ਖਰੀਦੀ ਹੈ, ਤਾਂ ਦੋ ਅਕਾਊਂਟ ਇਨਵੋਲਵ ਹੋ ਗਏ, ਕੈਸ਼ ਅਕਾਊਂਟ ਅਤੇ ਮਸ਼ੀਨਰੀ ਅਕਾਊਂਟ। ਠੀਕ ਹੈ ਫਰੈਂਡਸ, ਤਾਂ ਟੂ ਅਕਾਊਂਟਸ ਇਨਵੋਲਵ ਹੋ ਗਏ, ਉਹੀ ਉਰੇ ਗੱਲ ਕਰ ਰਹੇ ਹੋ। ਠੀਕ ਹੈ ਫਰੈਂਡਸ, ਟੂ ਅਕਾਊਂਟਸ ਬੀਂਗ ਅਫੈਕਟਿਡ ਫॉर ਕੈਸ਼ ਟ੍ਰਾਂਜੈਕਸ਼ਨਸ ਵਿਚ ਆਰ ਇਕੁਅਲ ਐਂਡ opposite to one another। ਠੀਕ ਹੈ ਫਰੈਂड्स, अगला क्वेश्चन है द प्रोसैस ऑफ रिकॉर्डिंग बिजनेस ट्रांजेक्शनस इन अ बुक ऑफ ओरिजिनल एंट्री इज नोन हैज। ਜਿਹੜੀ ਮੈਂ ਰਿਕਾਰਡ ਕਰਦਾ ਬਿਜਨਸ ਟ੍ਰਾਂਜੈਕਸ਼ਨ ਨੂੰ ਇਨ ਓਰੀਜਨਲ ਐਂਟਰੀ ਇਨ ਦਾ ਬੁੱਕ ਆਫ ਓਰੀਜਨਲ ਐਂਟਰੀ ਵਿੱਚ, ਉਹਨੂੰ ਕੀ ਕਹਿੰਦੇ ਆ ਆਪਾਂ, ਜਰਨਲਸ ਕਹਿੰਦੇ ਆ, ਬੈਲੈਂਸ ਕਹਿੰਦੇ ਆ, ਪੋਸਟਿੰਗ ਕਹਿੰਦੇ ਆ, ਨਨ ਕਹਿੰਦੇ ਆ, ਦੱਸੋ। ਇਹਦਾ ਆਂਸਰ ਆ ਜਾਏਗਾ ਇਹ ਆਪਸ਼ਨ, ਇਹਨੂੰ ਕੀ ਕਹਾਂਗੇ ਆਪਾਂ, ਜਰਨਲਸ। ਠੀਕ ਹੈ ਫਰੈਂड्स, अगला क्वेश्चन है अमाउंट रिसीव्ड फ्रॉम द प्रोप्राइटर हैज़ अ कैपिटल और लोन रिसीव्ड। ध्यान नाल पढ़ियो, अमाउंट रिसीव्ड कर रहे हैं मैं प्रोप्राइटर तो, ठीक है, हैज़ अ कैपिटल है या और लोन रिसीव्ड है, इनू आप किस तरह ट्रीट करांगे। इन्ना जो भी मैंने रिसीव्ड किया प्रोप्राइटर तो वो किस तरह का होएगा, मेरी कैपिटल रिसिप्ट होएगी, रेवन्यू रिसिप्ट होएगी, रेवन्यू इनकम होएगी, कैपिटल इनकम होएगी, दसो। ਇਹਦਾ ਆਂਸਰ ਆ ਜਾਏਗਾ ਇਹ ਆਪਸ਼ਨ, ਪ੍ਰੋਪਰਾਈਟਰ ਹੈਜ਼ ਦਾ ਕੈਪੀਟਲ ਔਰ ਲੋਨ ਰਿਸਿਪਟ। ਜਿੰਨੀ ਵੀ ਆਪਾਂ ਇਸ ਦੀ ਗੱਲ ਕਰਾਂਗੇ, ਆਪਾਂ ਜ਼ਿਆਦਾ ਕੈਪੀਟਲ ਦੀ ਗੱਲ ਕਰ ਰਹੇ ਹਾਂ, ਜ਼ਿਆਦਾ ਲੋਨ ਦੀ ਗੱਲ ਕਰ ਰਹੇ ਹਾਂ, ਹਮੇਸ਼ਾ ਮੇਰੀ ਕੀ ਹੋਏਗੀ, ਕੈਪੀਟਲ ਰਿਸਿਪਟ ਹੋਏਗੀ। ਠੀਕ ਹੈ ਫਰੈਂड्स, ਅਗਲਾ ਕੁਐਸਚਨ ਹੈ ਇੰਟਰਸਟ ਅਕਾਊਂਟ ਵਿਲ ਹੈਵ। ਇੰਟਰਸਟ ਅਕਾਊਂਟ ਦਾ ਕੀ ਬੈਲੈਂਸ ਹੋ ਸਕਦਾ ਹੈ, ਡੈਬਿਟ ਬੈਲੈਂਸ ਹੋ ਸਕਦਾ ਹੈ, ਕ੍ਰੈਡਿਟ ਬੈਲੈਂਸ ਹੋ ਸਕਦਾ ਹੈ, ਡੈਬਿਟ ਔਰ ਕ੍ਰੈਡਿਟ ਬੈਲੈਂਸ ਹੋ ਸਕਦਾ ਹੈ, ਨੋਟ ਬੈਲੈਂਸ ਐਟ ਆਲ ਹੋ ਸਕਦਾ ਹੈ, ਦੱਸੋ ਕਿਹੜਾ ਆਪਸ਼ਨ ਠੀਕ ਹੋਏਗਾ ਇਸ 'ਚੋਂ। ਇਹਦਾ ਆਂਸਰ ਆ ਜਾਏਗਾ ਡੈਬਿਟ ਜਾਂ ਕ੍ਰੈਡਿਟ ਬੈਲੈਂਸ। ਠੀਕ ਹੈ, ਇਹ ਇੰਟਰਸਟ ਦੇ ਹਿਸਾਬ ਸਿਰ ਹੈ ਕਿ ਜੇ ਮੈਨੂੰ ਇੰਟਰਸਟ ਰਿਸੀਵ ਹੋ ਰਿਹਾ ਤਾਂ ਕ੍ਰੈਡਿਟ ਹੋ ਜਾਏਗਾ, ਜੇ ਇੰਟਰਸਟ ਮੈਨੂੰ ਜੇ ਮੈਂ ਪੇ ਕਰ ਰਿਹਾ ਉਹ ਡੈਬਿਟ ਹੋ ਜਾਏਗਾ। ਠੀਕ ਹੈ ਫਰੈਂड्स, ਤਾਂ ਉਹਦੇ ਕਿਹੜਾ ਆਪਸ਼ਨ ਆ ਜਾਏਗਾ, ਸੀ ਆਪਸ਼ਨ। ਨੈਕਸਟ ਕੁਐਸਚਨ ਹੈ ਕੈਪੀਟਲ ਐਕਸਪੈਂਡੀਚਰ ਇਜ਼ ਐਨ ਐਕਸਪੈਂਡੀਚਰ ਵਿੱਚ। कैपिटल एक्सपेंडिचर बारे पूछ रहे हैं। बेनिफिट ए ऑप्शन है बेनिफिट्स द करंट अकाउंटिंग पीरियड, विल बेनिफिट द नेक्स्ट अकाउंटिंग पीरियड, रिजल्ट इन द एक्विजिशन ऑफ परमानेंट एसेट, रिजल्ट इन द एक्विजिशन ऑफ द करंट एसेट। कैपिटल एक्सपेंडिचर की होंदा जे तुहानूं मैं दस्सिया सी, जे तुहानूं उसका मीनिंग पता है तुसीं इसदा आंसर आराम नाल दस सकदे हो। इसदा आंसर आ जाएगा सी ऑप्शन, रिजल्ट्स इन द एक्विजिशन ऑफ द परमानेंट एसेट। कोई परमानेंट एसेट खरीद रहे हैं लॉन्ग टर्म प्रोसैस लिए है, वो मेरा एक तरह का कैपिटल का खर्चा है, कैपिटल खर्चा मेरा, उन्होंने की कहांगा मैं कैपिटल खर्चा। ठीक है फ्रेंड्स, अगला क्वेश्चन है
ਫਰੋਮ ਦੀ ਅਕਾਊਂਟਿੰਗ ਪੁਆਇੰਟ ਆਫ ਵਿਊ ਲੋਸ ਮੀਨਸ, ਜੇ ਆਪਾਂ ਅਕਾਊਂਟਿੰਗ ਪੁਆਇੰਟ ਆਫ ਵਿਊ ਦੇ ਹਿਸਾਬ ਸਿਰ ਦੇਖੀਏ ਤਾਂ ਲੋਸ ਦਾ ਕੀ ਮੀਨਿੰਗ ਹੋਏਗਾ? ਇਨਕਰੀਜ਼ ਇਨ ਲਾਇਬਿਲਿਟੀ, ਡਿਕਰੀਜ਼ ਇਨ ਐਸੈਟਸ, ਇਨਕਰੀਜ਼ ਇਨ ਓਨਰ ਇਕੁਇਟੀ, ਡਿਕਰੀਜ਼ ਇਨ ਓਨਰਸ ਇਕੁਇਟੀ। ਕਿਹੜਾ ਆਪਸ਼ਨ ਠੀਕ ਹੋਏਗਾ ਇਸ 'ਚੋਂ? ਲੋਸ ਦਾ ਕੀ ਮੀਨਿੰਗ ਹੋ ਜਾਏਗਾ ਜੇ ਅਕਾਊਂਟਿੰਗ ਪੁਆਇੰਟ ਆਫ ਵਿਊ ਤੋਂ ਦੇਖੀਏ? ਇਹਦਾ ਆਂਸਰ ਆ ਜਾਏਗਾ ਡੀ ਆਪਸ਼ਨ, ਡਿਕਰੀਜ਼ ਇਨ ਓਨਰਸ ਇਕੁਇਟੀ। ਓਨਰ ਦੀ ਜਿਹੜੀ ਇਕੁਇਟੀ ਹੈ ਉਹ ਡਿਕਰੀਜ਼ ਹੋ ਜਾਂਦੀ ਹੈ, ਉਹਦੀ ਜਿਹੜੀ ਕੈਪੀਟਲ ਹੈ ਡਿਕਰੀਜ਼ ਹੋ ਜਾਂਦੀ ਹੈ। ਜੇ ਮੈਨੂੰ ਕੋਈ ਨੈਟ ਲੋਸ ਹੋ ਰਿਹਾ ਉਹ ਮੇਰਾ ਮਾਈਨਸ ਹੋ ਜਾਂਦਾ, ਜੇ ਕੋਈ ਪ੍ਰੋਫਿਟ ਹੋ ਰਿਹਾ ਉਹ ਹਮੇਸ਼ਾ ਪਲੱਸ ਹੋ ਜਾਂਦਾ। ਬੈਲੈਂਸ ਸ਼ੀਟ ਵਿੱਚ ਕਿਹੜੀ ਸਾਈਡ ਆਉਂਦਾ? ਲਾਇਬਿਲਿਟੀ ਸਾਈਡ ਆਉਂਦਾ। ਠੀਕ ਹੈ ਫਰੈਂਡਸ, ਠੀਕ ਹੈ ਨਾ ਫਰੈਂਡਸ। ਹੁਣ ਆਪਾਂ ਨੈਕਸਟ ਕੁਐਸਚਨ ਦੇਖਾਂਗੇ, ਵਿਚ ਆਫ ਦਾ ਫੋਲੋਇੰਗਸ ਆਰ ਇਜ਼ ਫੋਲਸ। ਇਹ 'ਚੋਂ ਕਿਹੜਾ ਜਿਹੜੀ ਇਕੁਏਸ਼ਨ ਹੈ ਜਿਹੜੀ ਸਹੀ ਨਹੀਂ ਹੈ ਦੱਸੋ? ਓਨਰਸ ਇਕੁਇਟੀ ਪਲੱਸ ਆਊਟਸਾਈਡ ਲਾਇਬਿਲਿਟੀ ਇਕੁਅਲ ਟੂ ਐਸਟ ਹੁੰਦਾ ਹੈ, ਐਸਟ ਮਾਈਨਸ ਕੈਪੀਟਲ ਇਕੁਅਲ ਟੂ ਲਾਇਬਿਲਿਟੀ ਹੁੰਦਾ ਹੈ, ਐਸਟ ਪਲੱਸ ਕੈਪੀਟਲ ਇਕੁਅਲ ਟੂ ਲਾਇਬਿਲਿਟੀ ਗਲਤ ਹੈ ਮਤਲਬ, ਜਾਂ ਬੋਥ ਏ ਐਂਡ ਬੀ ਗਲਤ ਹੈ? ਦੱਸੋ 'ਚੋਂ ਕਿਹੜਾ ਗਲਤ ਹੋਏਗਾ? ਕਿਹੜੀ ਇਕੁਏਸ਼ਨ ਗਲਤ ਬੈਠ ਰਹੀ ਹੈ? ਇਹਦਾ ਆਂਸਰ ਆ ਜਾਏਗਾ ਐਸਟ ਪਲੱਸ ਕੈਪੀਟਲ ਇਕੁਅਲ ਟੂ ਲਾਇਬਿਲਿਟੀ। ਇਹ ਕੀ ਹੈ? ਇੱਕ ਤਰ੍ਹਾਂ ਨਾਲ ਫਾਲਸ ਹੈ, ਐਸੀ ਨਹੀਂ ਇਕੁਏਸ਼ਨ ਹੁੰਦੀ। ਓਨਰਸ ਇਕੁਇਟੀ ਪਲੱਸ ਆਊਟਸਾਈਡ ਲਾਇਬਿਲਿਟੀ ਇਕੁਅਲ ਟੂ ਐਸਟ ਕਹਾਇਆ ਜਾਂਦਾ ਹੈ, ਐਸਟ ਮਾਈਨਸ ਕੈਪੀਟਲ ਇਕੁਅਲ ਟੂ ਲਾਇਬਿਲਿਟੀ ਕਹਾਈ ਜਾਂਦੀ ਹੈ। ਠੀਕ ਹੈ ਫਰੈਂड्स, ਮਗਰ ਐਸਟ ਪਲੱਸ ਕੈਪੀਟਲ ਕਦੇ ਵੀ ਲਾਇਬਿਲਿਟੀਜ਼ ਨਹੀਂ ਹੋ ਸਕਦੀ। ਠੀਕ ਹੈ। ਅਗਲਾ ਕੁਐਸਚਨ ਹੈ, ਪ੍ਰੋਵੀਜ਼ਨ ਇਜ਼ ਕ੍ਰੀਏਟਡ ਫॉर। ਪ੍ਰੋਵੀਜ਼ਨ ਆਪਾਂ ਕਿਉਂ ਕ੍ਰੀਏਟ ਕਰਦੇ ਹਾਂ? ਕਾਹਦੇ ਲਈ, ਕਿਸ ਲਈ ਕ੍ਰੀਏਟ ਕਰਦੇ ਹਾਂ ਆਪਾਂ? ਅਨਨੋਨ ਲਾਇਬਿਲਿਟੀ ਲਈ ਕਰਦੇ ਹਾਂ, ਨੋਨ ਲਾਇਬਿਲਿਟੀ ਲਈ ਕਰਦੇ ਹਾਂ, ਜਾਂ ਕ੍ਰੀਏਸ਼ਨ ਆਫ ਸੀਕ੍ਰੇਟ ਰਿਜ਼ਰਵ ਲਈ ਕਰਦੇ ਹਾਂ, ਜਾਂ ਆਲ ਆਫ ਦੀ 3 ਲਈ ਕਰਦੇ ਹਾਂ? ਦੱਸੋ। ਅਨਨੋਨ ਪਤਾ ਜਿਹੜੀਆਂ ਲਾਇਬਿਲਿਟੀ ਸਾਨੂੰ ਪਤਾ ਨਹੀਂ ਹੈ, ਨੋਨ ਮਤਲਬ ਜਿਹੜੀ ਸਾਨੂੰ ਲਾਇਬਿਲਿਟੀਆਂ ਪਤਾ ਹੈ। ਠੀਕ ਹੈ। ਜੇ ਕੋਈ ਸੀਕ੍ਰੇਟ ਰਿਜ਼ਰਵ ਕ੍ਰੀਏਟ ਕੀਤਾ ਤਦ, ਜਾਂ ਤਿੰਨ ਸਾਰੇ ਹੀ ਆ ਜਾਣਗੇ? ਦੱਸੋ। ਇਹਦਾ ਆਂਸਰ ਆ ਜਾਏਗਾ ਨੋਨ ਲਾਇਬਿਲਿਟੀ। ਠੀਕ ਹੈ। ਪ੍ਰੋਵੀਜ਼ਨ ਹਮੇਸ਼ਾ ਮੇਰੀ ਨੋਨ ਲਾਇਬਿਲਿਟੀ ਲਈ ਹੀ ਕ੍ਰੀਏਟ ਕਰਦਾ, ਜਿੱਥੋਂ ਮੈਨੂੰ ਪਤਾ ਹੈ ਕਿ ਮੈਨੂੰ ਇਹ 'ਚੋਂ ਕਿੰਨੇ ਕੁ ਪੈਸੇ ਆਉਣੇ ਨੇ ਕਿੰਨੇ ਨਹੀਂ ਆਉਣੇ ਨੇ, ਤਾਂ ਉਹਦੇ ਲਈ ਮੇਰੀ ਪ੍ਰੋਵੀਜ਼ਨ ਕ੍ਰੀਏਟ ਹੁੰਦੀ ਹੈ। ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਅ ਮੈਥਡ ਆਫ ਚਾਰਜਿੰਗ ਡੈਪਰੇਸ਼ਨ। ਦੱਸੋ ਇਹ 'ਚੋਂ ਕਿਹੜਾ ਮੈਥਡ ਮੇਰਾ ਡੈਪਰੇਸ਼ਨ ਦਾ ਚਾਰਜਿੰਗ ਮੈਥਡ ਨਹੀਂ ਹੈ, ਡੈਪਰੇਸ਼ਨ ਚਾਰਜ ਕਰਨ ਦਾ ਮੈਥਡ ਨਹੀਂ ਹੈ? ਦੱਸੋ। ਸਟੇਟ ਲਾਈਨ ਮੈਥਡ, ਰਿਟਨ ਡਾਊਨ ਵੈਲਿਊ ਮੈਥਡ, ਡਿਸਕਾਊਂਟਿੰਗ ਪ੍ਰੈਜ਼ੈਂਟ ਵੈਲਿਊ ਮੈਥਡ, ਸਮ ਆਫ ਦ ਡਿਜਿਟਸ ਮੈਥਡ। ਇਹਦਾ ਆਂਸਰ ਆ ਜਾਏਗਾ ਸੀ ਆਪਸ਼ਨ। ਸੀ ਐਸਾ ਕੋਈ ਮੈਥਡ ਨਹੀਂ ਹੈ ਜਿਹਦੇ ਨਾਲ ਮੈਂ ਡੈਪਰੇਸ਼ਨ ਚਾਰਜ ਕਰ ਸਕਾਂ। ਠੀਕ ਹੈ। ਅਗਲਾ ਕੁਐਸਚਨ ਹੈ, ਡੈਪਰੇਸ਼ਨ ਕੈਲਕੂਲੇਟਡ ਔਨ ਦਾ। ਮੈਂ ਡੈਪਰੇਸ਼ਨ ਕਿਸ ਦੇ ਉੱਪਰ ਕੈਲਕੂਲੇਟ ਕਰਦਾ? ਦੱਸੋ। ਕੋਸਟ ਆਫ ਦੀ ਪ੍ਰਾਈਸ ਐਸਟ, ਮਾਰਕੀਟ ਪ੍ਰਾਈਸ, ਕੋਸਟ ਪਲੱਸ ਟਰਾਂਸਪੋਰਟ ਪਲੱਸ ਇੰਸਟਾਲੇਸ਼ਨ ਐਕਸਪੈਂਸਿਸ, ਕੋਸਟ ਔਰ ਮਾਰਕੀਟ ਵੈਲਿਊ, ਵਿਚ ਐਵਰ ਇਜ਼ ਲੈਸ। ਦੱਸੋ ਇਹ 'ਚੋਂ ਕਿਹੜਾ ਆਪਸ਼ਨ ਠੀਕ ਹੋਏਗਾ? ਇਹਦਾ ਆਂਸਰ ਆ ਜਾਏਗਾ ਸੀ ਆਪਸ਼ਨ, ਕੋਸਟ ਪਲੱਸ ਟਰਾਂਸਪੋਰਟ ਪਲੱਸ ਇੰਸਟਾਲੇਸ਼ਨ ਐਕਸਪੈਂਸਿਸ। ਇਹਦੀ ਜਿੰਨੀ ਵੀ ਅਮਾਊਂਟ ਟੋਟਲ ਹੋਏਗੀ ਉਹਦੇ ਉੱਪਰ ਹੀ ਮੈਂ ਡੈਪਰੇਸ਼ਨ ਚਾਰਜ ਕਰਾਂਗਾ। ਠੀਕ ਹੈ ਫਰੈਂड्स। ਅਗਲਾ ਕੁਐਸਚਨ ਹੈ, ਦ ਐਂਟਰੀ ਫॉर ਕ੍ਰੀਏਟਿੰਗ ਦ ਪ੍ਰੋਵੀਜ਼ਨ ਫॉर ਬੈਡ ਡੈਟਸ ਇਜ਼। ਐਂਟਰੀ ਕੀ ਕ੍ਰੀਏਟ ਕਰਾਂਗਾ ਜੇ ਮੈंने ਕੋਈ ਪ੍ਰੋਵੀਜ਼ਨ ਕ੍ਰੀਏਟ ਕਰਨੀ ਹੋਏਗੀ ਬੈਡ ਡੈਟਸ ਦੀ? ਬੈਡ ਡੈਟਸ ਕੀ ਹੁੰਦੇ ਨੇ? ਜਿਨ੍ਹਾਂ ਤੋਂ ਮੈंने ਪੇਮੈਂਟ ਲੈਣੀ ਨੇ, ਇਹਨਾਂ ਤੋਂ ਮੈਨੂੰ ਪੇਮੈਂਟ ਆਉਣੀ ਨਹੀਂ। ਠੀਕ ਹੈ। ਉਹਨੂੰ ਕੀ ਕਹਿੰਦੇ ਨੇ? ਬੈਡ ਡੈਟਸ। ਕਿ ਹਾਂ ਭਾਈ ਮੇਰੇ ਕੋਲ ਇੰਨੇ ਬੰਦੇ ਨੇ, ਇੰਨਿਆਂ 'ਚੋਂ ਇੰਨੇ ਬੰਦਿਆਂ ਦੀ ਮੈਨੂੰ ਪੇਮੈਂਟ ਹੋ ਸਕਦਾ ਨਾ ਆਵੇ। ਜੇ ਨਾ ਆਵੇ ਤਾਂ ਉਹਦੇ ਲਈ ਮੈਂ ਪਹਿਲੀ ਪ੍ਰੋਵੀਜ਼ਨ ਸਾਲ ਦੀ ਸ਼ੁਰੂਆਤ 'ਚ ਪ੍ਰੋਵੀਜ਼ਨ ਕ੍ਰੀਏਟ ਕਰ ਲੈਂਦਾ। ਜੇ ਮੈਂ ਕ੍ਰੀਏਟ ਕਰ ਲੈਂਦਾ ਤਾਂ ਉਹਦੀ ਮੈਂ ਕੀ ਐਂਟਰੀ ਪਾਵਾਂਗਾ? ਪਹਿਲਾ ਆਪਸ਼ਨ ਹੈ ਡੈਬਿਟ ਪ੍ਰੋਵੀਜ਼ਨ ਫॉर ਬੈਡ ਡੈਟਸ ਅਕਾਊਂਟ ਡੈਬਿਟ ਕਰਾਂਗਾ, ਅਤੇ ਕ੍ਰੈਡਿਟ ਡੈਟਰਸ ਕਾਊਂਟ ਕਰਾਂਗਾ, ਜਾਂ ਡੈਬਿਟ ਡੈਟਰਸ ਕਾਊਂਟ ਕਰਾਂਗਾ, ਕ੍ਰੈਡਿਟ ਪ੍ਰੋਵੀਜ਼ਨ ਫॉर ਬੈਡ ਡੈਟਸ ਅਕਾਊਂਟ ਕਰਾਂਗਾ, ਡੈਬਿਟ ਪ੍ਰੋਵੀਜ਼ਨ ਫॉर ਬੈਡ ਡੈਟਸ ਕਰਾਂਗਾ, ਕ੍ਰੈਡਿਟ ਪੀਐਨਐਲ ਅਕਾਊਂਟ ਕਰਾਂਗਾ, ਡੈਬਿਟ ਪੀਐਨਐਲ ਅਕਾਊਂਟ ਕਰਾਂਗਾ, ਕ੍ਰੈਡਿਟ ਪ੍ਰੋਵੀਜ਼ਨ ਫॉर ਬੈਡ ਡੈਟਸ ਅਕਾਊਂਟ ਕਰਾਂਗਾ। ਠੀਕ ਹੈ ਫਰੈਂड्स, ਦੱਸੋ ਕਿਹੜਾ ਆਪਸ਼ਨ ਠੀਕ ਹੋਏਗਾ ਇਸ 'ਚੋਂ? ਇਹਦਾ ਆਂਸਰ ਆ ਜਾਏਗਾ ਡੀ ਆਪਸ਼ਨ। ਠੀਕ ਹੈ। ਡੈਬਿਟ ਪੀਐਨਐਲ ਅਕਾਊਂਟ ਕਰਾਂਗਾ, ਅਤੇ ਕ੍ਰੈਡਿਟ ਕੀ ਕਰਾਂਗਾ? ਪ੍ਰੋਵੀਜ਼ਨ ਫॉर ਬੈਡ ਡੈਟਸ। ਪੀਐਨਐਲ ਅਕਾਊਂਟ ਵਿੱਚ ਮੈਂ ਕਿਹੜੀ ਸਾਈਡ ਦਿਖਾ ਦਾਂਗਾ ਮੈਂ? ਠੀਕ ਹੈ। ਔਰ ਇਹਲੀ ਸਾਈਡ ਦਿਖਾ ਦਾਂਗਾ ਨਾ, ਇਹਲੀ ਸਾਈਡ ਦਿਖਾਉਣ ਲਈ ਮੈਨੂੰ ਮੇਰਾ ਪੀਐਨਐਲ ਅਕਾਊਂਟ ਹਮੇਸ਼ਾ ਡੈਬਿਟ ਸਾਈਡ ਅਮਾਊਂਟ ਪਾਉਣੀ ਹੈ। ਤੁਹਾਨੂੰ ਦੱਸਿਆ ਸੀ ਅਮਾਊਂਟ ਪਾ ਕੇ ਜਿਹਦੇ ਨਾਲ ਉਹਦਾ ਰਿਲੇਸ਼ਨ ਉਹ ਪਾ ਦਾਂਗੇ। ਠੀਕ ਹੈ। ਟੂ ਪ੍ਰੋਵੀਜ਼ਨ ਫॉर ਬੈਡ ਡੈਟਸ ਅਕਾਊਂਟ। ਠੀਕ ਹੈ। ਅਗਲਾ ਕੁਐਸਚਨ ਹੈ, ਕੋਸਟ ਆਫ ਗੁੱਡਸ ਸੋਲਡ ਐਕਸਕਲੂਡ। ਇਹ 'ਚੋਂ ਕਿਹੜੀ ਅਮਾਊਂਟ, ਕਿਹੜੀ ਮਤਲਬ ਆਈਟਮ ਜਿਹੜੀ ਹੈ ਉਹ ਇਸ ਵਿੱਚ ਨਹੀਂ ਆਉਂਦੀ? ਦੱਸੋ ਮੈਨੂੰ। ਓਪਨਿੰਗ ਸਟਾਕ, ਕੈਰੇਜ ਇਨਵਰਡ, ਵੇਜਿਸ ਐਂਡ ਸੈਲਰੀਜ਼, ਪੋਸਟੇਜ ਐਂਡ ਸਟੈਂਪਸ। ਇਸ 'ਚੋਂ ਮੈਂ ਕਿਹਨੂੰ ਇਨਕਲੂਡ ਨਹੀਂ ਕਰਦਾ? ਇਹਦਾ ਆਂਸਰ ਆ ਜਾਏਗਾ ਡੀ ਆਪਸ਼ਨ, ਪੋਸਟੇਜ ਐਂਡ ਸਟੈਂਪਸ। ਠੀਕ ਹੈ ਫਰੈਂड्स। ਪੋਸਟੇਜ ਐਂਡ ਸਟੈਂਪਸ ਮੈਂ ਕਦੇ ਵੀ ਕੋਸਟ ਆਫ ਗੁੱਡਸ ਸੋਲਡ ਕੱਢਣ ਲਈ
उस विच इनकलूड नहीं करता। कॉस्ट ऑफ गुड्स सोल्ड किवें कड्डी दा, ओपनिंग प्लस परचेसिस प्लस डायरैक्ट एक्सपेंसिस माइनस क्लोजिंग स्टॉक। ठीक है, ये मेरा की आ जाएगा कॉस्ट ऑफ गुड्स सोल्ड। अगला क्वेश्चन है प्रॉपर्टी प्लांट इक्विपमेंट आर कन्वेंशनली प्रेजेंट इन द बैलेंस शीट। बैलेंस शीट 'ਚ ਆਪਾਂ प्रॉपर्टी भी दिखाने हैं, प्लांट इक्विपमेंट भी दिखाने हैं, ਆਪਾਂ प्रेजेंट करते हैं एट ਕਿਹੜੀ ਕੋਸਟ 'ਤੇ करते हैं दसो। रिप्लेसमेंट कॉस्ट माइनस एक्यूमुलेटेड डेप्रीसिएशन, हिस्टोरिकल कॉस्ट माइनस शेयर बेस्ड वैल्यू, हिस्टोरिकल कॉस्ट माइनस डेप्रीसिएशन पोर्शन देयर ऑफ ओरिजिनल कॉस्ट एडजस्टेड फॉर जनरल प्राइस लैवल चेंजेस। ਇਹ 'ਚੋਂ ਕਿਹੜਾ ऑप्शन ठीक होएगा? ਇਹਦਾ आंसर आ जाएगा सी ऑप्शन, हिस्टोरिकल कॉस्ट माइनस डेप्रीसिएशन पोर्शन देयर ऑफ। डेप्रीसिएशन माइनस करके जो जी अमाउंट आउंदी है, ठीक है, वही मैं बैलेंस शीट में एग्जैक्ट वैल्यू दिखाऊंगा। ठीक है फ्रेंड्स, बैड डेट्स रिकवर्ड हो चुके हैं। पहले बैड डेट्स सी तो वो एक्सपेंसिस सी, हुण मैनू वापस आ गए हैं, तो वह मैं की करांगा दसो मैनू। क्रेडिट टू पीएल अकाउंट करांगा, डेबिट टू पीएल अकाउंट करांगा, रिड्यूस फ्रॉम डेटर्स इन द बैलेंस शीट करांगा, एडिट टू द डेटर्स इन द बैलेंस शीट करांगा, दसो। ये मैं करांगा क्रेडिट टू द पीएल अकाउंट। ठीक है फ्रेंड्स, क्रेडिट कितने करांगा? पीएल अकाउंट में क्रेडिट करांगा। ठीक है, क्योंकि एक तरह का मेरा प्रॉफिट है, मेरे को रिकवर्ड हो चुके हैं, तो क्रेडिट साइड से सारी इंटरैक्ट इनकम्स आउंदियां ने, और मैं हमेशा बैड डेट्स रिकवर्ड अकाउंट ही पाऊना। ठीक है फ्रेंड्स, अगला क्वेश्चन है सैंडरी डेटर्स एज अ ट्रायल बैलेंस इज 43,000 विच इंक्लूड्स 2,200 ड्यू फ्रॉम द एच इन द रिस्पेक्ट ऑफ गुड्स सेंड टू हिम ऑन अप्रूवल बेसिस। द कॉस्ट प्राइस ऑफ द विच इज 1,800 रेक्टिफिकेशन वुड इन्वॉल्व। दसो ਆਪਾਂ ਰੈਕਟੀਫਿਕੇਸ਼ਨ ਦੱਸਣੀ ਹੈ। ਦੱਸੋ ਜੇ 2200 ਰੁਪਇਆ ਉਸ ਟਰਾਇਲ ਬੈਲੈਂਸ ਵਿੱਚ ਦੇ ਸੈਂਡਰੀ ਡੈਟਰ ਵਿੱਚ ਇਨਕਲੂਡ ਹੈ 2200 ਰੁਪਇਆ। ਵੈਸੇ ਉਹ ਜਿਹੜਾ 2200 ਦੀ ਜਿਹੜੀ ਅਮਾਊਂਟ ਹੈ ਨਾ, ਉਹ ਸਿਰਫ ਮੈंने ਅਪਰੂਵਲ ਬੇਸਿਸ ਲਈ ਭੇਜੀ ਹੈ। ਠੀਕ ਹੈ, ਤਾਂ ਕੋਸਟ ਪ੍ਰਾਈਸ ਕਿੰਨੀ ਸੀ ਉਹਦੀ? 1800। 2200 ਰੁਪਏ ਡਿਊ ਸੀ ਰਿਸਪੈਕਟ ਆਫ ਗੁੱਡ ਸੈਂਡ ਟੂ ਦਾ ਅਪਰੂਵਲ ਬੇਸਿਸ, ਮਗਰ ਜਿਹੜੇ ਇਹ 2200 ਜਿਹੜੇ ਭੇਜੇ ਸੀ ਮੈंने ਅਪਰੂਵਲ ਬੇਸਿਸ 'ਤੇ, ਉਸ ਦੀ ਜਿਹੜੀ ਵੈਲਿਊ ਸੀ ਨਾ ਉਹ 1800 ਸੀ। ਤਾਂ ਦੱਸੋ ਮੈਂ ਰੈਕਟੀਫਿਕੇਸ਼ਨ ਕਿਵੇਂ ਕਰਾਂਗਾ? क्योंकि मैंने अप्रूवल बेसिस का पानी नहीं चाहिए सी ना, तो मैं किमें पावांगा? मैं दसो ये कि ऑप्शन ठीक होएगा? या 2200 मैं क्लोजिंग स्टॉक ऐड कर दाँगा, या मैं 1800 क्लोजिंग स्टॉक चो माइनस कर दाँगा, 2200 जो डेटर चो माइनस कर दाँगा सेल चो, या 1800 क्लोजिंग स्टॉक च प्लस कर दाँगा, तो डिडक्ट कर दाँगा 2200 फ्रॉम द ईच डेटर्स एंड सेल्स अकाउंट, तो डिडक्टिंग 1800 फ्रॉम डेटर्स अकाउंट। दसो कि ऑप्शन ठीक होएगा? इसका आंसर तुसीं मैनू कमेंट सैक्शन च देना है। इसका आंसर की होएगा उसका तुसीं आंसर मैनू कमेंट सैक्शन च देना। अज का क्वेश्चन पहला 19वां जिहड़ा उसका तुहानूं मैं कमेंट सैक्शन च पुछ रहा, इसका आंसर तुसीं मैनू जरूर देना। ठीक है फ्रेंड्स, विच ऑफ द फॉलोइंग रिलेशनशिप आर फॉल्स। इस किहड़ा रिलेशनशिप फॉल्स है? दसो। नेट प्रॉफिट इज इक्वल टू ग्रोस प्रॉफिट माइनस एडमिशन एंड अदर एक्सपेंसिस, नेट प्रॉफिट इज इक्वल टू ग्रोस प्रॉफिट प्लस एडमिशन एक्सपेंसिस एंड अदर एक्सपेंसिस, ओपनिंग स्टॉक प्लस परचेसिस माइनस क्लोजिंग स्टॉक इज इक्वल टू कॉस्ट ऑफ सेल, या बोथ बी एंड सी। ध्यान नाल देखो, तुहानूं आंसर पता लग जाएगा। इसका आंसर आ जाएगा बी एंड सी। ठीक है, जिहड़ा ये नैट प्रॉफिट इनू कभी भी मैं ग्रोस प्रॉफिट विच एडमिशन एक्सपेंसिस ऐड कभी नहीं करता, माइनस करता हमेशा मैं। ओपनिंग स्टॉक प्लस परचेसिस माइनस क्लोजिंग स्टॉक मेरी कभी भी कॉस्ट ऑफ सेल नहीं होंगी, कॉस्ट ऑफ गुड्स सोल्ड होंगी है। ठीक है फ्रेंड्स, तो बी एंड सी मेरा फॉल्स है। अगला क्वेश्चन है ग्रोस प्रॉफिट इज इक्वल टू, ग्रोस प्रॉफिट किससे इक्वल होता है? सेल माइनस कॉस्ट ऑफ गुड्स सोल्ड, सेल माइनस ग्रोस स्टॉक प्लस परचेसिस, ओपनिंग स्टॉक प्लस परचेसिस माइनस क्लोजिंग स्टॉक, नन ऑफ द अबव। किहड़ा ऑप्शन ठीक होएगा इस चो? इसका आंसर आ जाएगा ए ऑप्शन, सेल माइनस कॉस्ट ऑफ गुड्स सोल्ड। ठीक है, ग्रोस प्रॉफिट की होंगी है मेरी सेल माइनस कॉस्ट ऑफ गुड्स सोल्ड। अगला क्वेश्चन है विच ऑफ द फॉलोइंग इज करेक्ट। कि इक्वेशन ठीक है? दसो। ग्रोस प्रॉफिट प्लस सेल्स प्लस डायरेक्ट एक्सपेंसिस प्लस परचेसिस प्लस क्लोजिंग स्टॉक,
ग्रोस प्रॉफिट प्लस सेल्स प्लस डायरेक्ट एक्सपेंसेस प्लस परचेसेस माइनस क्लोजिंग स्टॉक, ग्रोस प्रॉफिट प्लस ओपनिंग स्टॉक प्लस डायरेक्ट एक्सपेंसेस प्लस परचेसेस माइनस क्लोजिंग स्टॉक, ग्रोस प्रॉफिट माइनस ओपनिंग स्टॉक प्लस डायरेक्ट एक्सपेंसेस प्लस परचेसेस प्लस क्लोजिंग स्टॉक इज इक्वल टू सेल्स। दसो ਇਹਦਾ ਆਨਸਰ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਦੇਣਾ, ਠੀਕ ਹੈ। ਇੱਕ 19 ਕੁਐਸਚਨ ਪੁੱਛੇ ਤੁਹਾਡੇ ਤੋਂ, ਇੱਕ 22 ਕੁਐਸਚਨ ਪੁੱਛੇ, ਠੀਕ ਹੈ ਫਰੈਂਡਸ। ਅਗਲਾ ਕੁਐਸਚਨ ਹੈ ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਟਰੂ ਵਿਦ ਰਿਗਾਰਡ ਟੂ ਪ੍ਰੀਪੇਰੇਸ਼ਨ ਆਫ ਪੀ ਐਂਡ ਅਕਾਊਂਟ। ਇਹ 'ਚੋਂ ਕਿਹੜੀ ਸਟੇਟਮੈਂਟ ਠੀਕ ਨਹੀਂ ਹੈ ਜਦੋਂ ਆਪਾਂ ਪੀ ਐਂਡ ਅਕਾਊਂਟ ਪ੍ਰੀਪੇਅਰ ਕਰਦੇ ਹਾਂ ਉਸ ਬਿਹਾਫ 'ਤੇ, ਇਸ 'ਚੋਂ ਕਿਹੜੀ ਸਟੇਟਮੈਂਟ ਠੀਕ ਨਹੀਂ ਹੋਏਗੀ। ਪੀ ਐਂਡ ਅਕਾਊਂਟ ਇਜ਼ ਪ੍ਰੀਪੇਅਰਡ ਫॉर ਅ ਸਰਟੇਨ ਪੀਰੀਅਡ, ਹੈਂਸ ਇਟ ਇਜ਼ ਐਨ ਇੰਟੀਰੀਅਮ ਸਟੇਟਮੈਂਟ। ਪੀ ਐਂਡ ਅਕਾਊਂਟ ਡਜ਼ ਨੋਟ disclose the effect of non financial items. Net profit are ascertained on the basis of current asset. Net profits are disclosed by the P&L account is not absolute. ਦੱਸੋ ਇਹਦਾ ਆਨਸਰ ਆ ਜਾਏਗਾ ਇਹ ਆਪਸ਼ਨ, ਪ੍ਰੋਫਿਟ ਐਂਡ ਲੋਸ ਅਕਾਊਂਟ ਇਜ਼ ਪ੍ਰੀਪੇਅਰਡ ਫॉर ਸਰਟੇਨ ਟਾਈਮ ਪੀਰੀਅਡ ਇਜ਼ ਐ ਇੰਟੀਰੀਅਮ ਸਟੇਟਮੈਂਟ। ਇਹ ਕਦੀ ਵੀ ਕੋਈ ਇੰਟੀਰੀਅਮ ਸਟੇਟਮੈਂਟ ਨਹੀਂ ਹੁੰਦੀ, ਮੈਂ ਸਾਲ ਦੇ ਅੰਤ ਵਿੱਚ ਹੀ ਬਣਾਉਣਾ, ਠੀਕ ਹੈ ਫਰੈਂਡਸ। ਤਾਂ ਇਹ ਸਟੇਟਮੈਂਟ ਜਿਹੜੀ ਹੈ ਉਹ ਟਰੂ ਨਹੀਂ ਹੈ, ਠੀਕ ਹੈ ਫਰੈਂਡਸ। ਅਗਲਾ ਕੁਐਸਚਨ ਹੈ ਦ ਪੀ ਐਂਡ ਅਕਾਊਂਟ ਸ਼ੋਜ਼, ਪੀ ਐਂਡ ਅਕਾਊਂਟ ਕੀ ਸ਼ੋ ਕਰਦਾ ਦੱਸੋ। ਫਾਈਨੈਂਸ਼ੀਅਲ ਰਿਜ਼ਲਟਸ ਆਫ ਦ ਕੰਸਰਨ ਫॉर ਅ ਪੀਰੀਅਡ, ਫਾਈਨੈਂਸ਼ੀਅਲ ਪੋਜੀਸ਼ਨ ਆਫ ਦ ਕੰਸਰਨ ਔਨ ਅ ਪਾਰਟੀਕੂਲਰ ਡੇਟ, ਫਾਈਨੈਂਸ਼ੀਅਲ ਰਿਜ਼ਲਟਸ ਆਫ ਦ ਕੰਸਰਨ ਔਨ ਅ ਪਾਰਟੀਕੂਲਰ ਡੇਟ, ਕੋਸਟ ਆਫ ਗੁੱਡਸ ਸੋਲਡ ਡਿਊਰਿੰਗ ਦਾ ਪੀਰੀਅਡ। ਇਹ 'ਚੋਂ ਕਿਹੜੀ ਚੀਜ਼ ਦੱਸਦਾ ਪੀ ਐਂਡ ਅਕਾਊਂਟ ਦੱਸੋ। ਇਹਦਾ ਆਨਸਰ ਆ ਜਾਏਗਾ ਸੀ ਆਪਸ਼ਨ, ਫਾਈਨੈਂਸ਼ੀਅਲ ਰਿਜ਼ਲਟਸ ਆਫ ਦਾ ਕੰਸਰਨ ਔਨ ਅ ਪਾਰਟੀਕੂਲਰ ਡੇਟ, ਠੀਕ ਹੈ ਫਰੈਂਡਸ। ਅਗਲਾ ਕੁਐਸਚਨ ਹੈ ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਟਰੂ। ਇਹ 'ਚੋਂ ਕਿਹੜੀ ਸਟੇਟਮੈਂਟ ਠੀਕ ਹੋਏਗੀ। ਪ੍ਰੋਵੀਜ਼ਨ ਫॉर ਡਾਊਟਫੁਲ ਡੈਟਸ ਰੀਪ੍ਰੈਜ਼ੈਂਟ ਦ ਅਮਾਊਂਟ ਡੈਟ ਕੈਨ ਨਾਟ ਬੀ ਕਲੈਕਟਡ, ਕੈਸ਼ ਬੈਲੈਂਸ ਔਨ ਹੈਂਡ ਸ਼ੋਜ਼ ਵੈਦਰ ਦਾ ਬਿਜ਼ਨਸ ਹੈਜ਼ ਅਰਨਡ ਪ੍ਰੋਫਿਟ ਔਰ ਲੋਸ, ਫ੍ਰੀ ਸੈਂਪਲ ਰਿਸੀਵਡ ਆਰ ਬਿਜ਼ਨਸ ਗੇਨਸ, the written down value method on asset depreciate on the reducing balance method can never be become zero। ਦੱਸੋ ਕਿਹੜੀ ਸਟੇਟਮੈਂਟ ਠੀਕ ਹੈ ਇਸ 'ਚੋਂ। ਇਹਦਾ ਆਨਸਰ ਆ ਜਾਏਗਾ ਡੀ ਆਪਸ਼ਨ, ਰਿਟਨ ਡਾਊਨ ਜਿਹੜੀ ਵੈਲਿਊ ਮੈਥਡ ਹੁੰਦੀ ਹੈ ਡੈਪਰੀਸ਼ੀਏਸ਼ਨ ਦੀ ਉਹ ਮੇਰੀ ਕਦੇ ਵੀ ਜ਼ੀਰੋ ਨਹੀਂ ਹੁੰਦੀ, ਠੀਕ ਹੈ, ਕਦੇ ਵੀ ਜ਼ੀਰੋ 'ਤੇ ਨਹੀਂ ਪਹੁੰਚਦੀ ਕਿਉਂਕਿ ਹਰੇਕ ਸਾਲ ਉਹ ਅਮਾਊਂਟ ਘਟਦੀ ਜਾਂਦੀ ਹੈ, ਠੀਕ ਹੈ। ਤਾਂ ਉਹਦੀ ਜਿਹੜੀ ਬੈਲੈਂਸ ਰੋਡ ਆਉਣ ਉਸ ਦੇ ਉੱਪਰ ਹੀ ਮੇਰਾ ਡੈਪਰੀਸ਼ੀਏਸ਼ਨ ਲੱਗਦਾ ਹੈ, ਠੀਕ ਹੈ ਫਰੈਂਡਸ। ਅਗਲਾ ਕੁਐਸਚਨ ਹੈ ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਫਾਲਸ। ਇਹ 'ਚੋਂ ਕਿਹੜੀ ਸਟੇਟਮੈਂਟ ਫਾਲਸ ਹੈ। ਪ੍ਰੋਵੀਜ਼ਨ ਫॉर ਡਿਸਕਾਊਂਟ ਔਨ ਡੈਟਸ ਕੈਨ ਬੀ ਐਸਟੀਮੇਟਡ ਓਨਲੀ ਆਫਟਰ ਦਾ ਕੰਪਿਊਟਿੰਗ ਦ ਪ੍ਰੋਵੀਜ਼ਨ ਫॉर ਡਾਊਟਫੁਲ ਡੈਟਸ, all pre-received incomes under the cash systems of accounting are current gains, cash balance on hand shows whether the business has earned or profit or loss, capital expenditure should be shown in the books by debiting asset account and crediting supplier or cash account। ਇਹ 'ਚੋਂ ਦੱਸੋ ਕਿਹੜੀ ਸਟੇਟਮੈਂਟ ਠੀਕ ਹੈ। मतलब फॉल्स आ, सॉरी फॉल दसनी इस चों। ਇਹਦਾ ਆਨਸਰ ਆ ਜਾਏਗਾ ਸੀ ਆਪਸ਼ਨ, ਕੈਸ਼ ਬੈਲੈਂਸ ਜਿਹੜਾ ਹੈਂਡ ਸ਼ੋ ਕਰਦਾ ਆਪਾਂ ਨੂੰ, ਜੋ ਸਾਡੇ ਕੋਲ ਕੈਸ਼ ਬੈਲੈਂਸ ਹੁੰਦਾ ਉਹ ਕਦੇ ਵੀ ਸਾਡਾ ਪ੍ਰੋਫਿਟ ਤੇ ਲੋਸ ਨਹੀਂ ਦੱਸਦਾ, ਠੀਕ ਹੈ ਫਰੈਂਡਸ। ਉਹ ਪ੍ਰੋਫਿਟ ਲੋਸ ਸਾਡੇ ਓਪਰੇਸ਼ਨਲ ਬਿਜ਼ਨਸ ਦੇ ਓਪਰੇਸ਼ਨਲ ਜਿਹੜੇ ਵੀ ਉਹਨਾਂ ਦੀ ਐਕਟੀਵਿਟੀਜ਼ ਹੁੰਦੀਆਂ ਮੇਰੀਆਂ, ਭਾਵੇਂ ਮੈंने ਖਰਚੇ ਕੀਤੇ हैं, ਭਾਵੇਂ मैंने ਕੋਈ ਇਨਕਮ ਕਮਾਈ ਹੈ ਐਜ਼ ਅ ਬਿਜ਼ਨਸ ਦੁਆਰਾ, ਐਜ਼ ਅ ਇੰਡਾਇਰੈਕਟ ਇਨਕਮ, ਕਿਸੇ ਵੀ ਤਰੀਕੇ ਨਾਲ, ਠੀਕ ਹੈ, ਉਸ ਹਿਸਾਬ ਸੇ ਮੈਨੂੰ ਆਪਣਾ ਪ੍ਰੋਫਿਟ ਤੇ ਜਾਂ ਲੋਸ ਪਤਾ ਲੱਗਦਾ ਹੈ, ਠੀਕ ਹੈ। ਕੈਸ਼ ਦਾ ਪਤਾ ਹੋਣ ਨਾਲ ਮੈਨੂੰ ਕਦੇ ਵੀ ਪ੍ਰੋਫਿਟ ਦਾ ਲੋਸ ਪਤਾ ਨਹੀਂ ਲੱਗ ਸਕਦਾ। ਵਿਚ ਆਫ ਦਾ ਫੋਲੋਇੰਗ ਵਿਲ ਨੋਟ ਅਪੀਅਰ ਇਨ ਦਾ ਪੀਰੀਅਡ ਅਕਾਊਂਟ ਆਫ ਦਾ ਬਿਜ਼ਨਸ। ਜੋ ਕਿਹੜੀ ਚੀਜ਼ ਮੈਂ ਪੀਰੀਅਡ ਅਕਾਊਂਟ 'ਚ ਨਹੀਂ ਪਾਉਂਦਾ। ਡਰਾਇੰਗਸ, ਬੈਡ ਡੈਟਸ, ਅਕਰੂਡ ਐਕਸਪੈਂਸਿਸ, ਰਿਜ਼ਰਵ ਫॉर ਡਿਸਕਾਊਂਟ ਔਨ ਸੈਂਡਰੀ ਕ੍ਰੈਡਿਟਰਸ। ਦੱਸੋ, ਧਿਆਨ ਨਾਲ ਅਬਜ਼ਰਵ ਕਰੋ, ਤੁਹਾਨੂੰ ਇਹਦਾ ਆਨਸਰ ਪਤਾ ਹੋਏਗਾ। ਇਹਦਾ ਆਨਸਰ ਆਏਗਾ ਡਰਾਇੰਗਸ। ਡਰਾਇੰਗਸ ਮੈਂ ਕਦੇ ਵੀ ਪੀਐਨਐਲ ਅਕਾਊਂਟ 'ਚ ਨਹੀਂ ਪਾਉਂਦਾ, ਉਹ ਕੈਪੀਟਲ ਅਕਾਊਂਟ ਵਿੱਚੋਂ ਮਾਈਨਸ ਹੁੰਦੀਆਂ ਨੇ। ਕੈਪੀਟਲ ਕਿੱਥੇ ਆਉਂਦਾ ਹੈ, ਬੈਲੈਂਸ ਸ਼ੀਟ ਦੇ ਲਾਇਬਿਲਿਟੀ ਸਾਈਡ ਆਉਂਦਾ ਹੈ, ਤਾਂ ਉਸ ਵਿੱਚੋਂ ਮੈਂ ਡਰਾਇੰਗਸ ਮਾਈਨਸ ਕਰਦਾ, ਠੀਕ ਹੈ ਫਰੈਂਡਸ। ਅਗਲਾ ਕੁਐਸਚਨ ਹੈ ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਅ ਫਿਕਸਡ ਐਸੈਟ। ਇਹ 'ਚੋਂ ਕਿਹੜੀ ਸਟੇਟਮੈਂਟ
ऐसी है जो फिक्स्ड अकाउंट नहीं है, दसो फिक्स एसेट नहीं है, सॉरी, स्टॉक, व्हीकल, एफडी इन बैंक, बोथ ए एंड सी। ਇਹਦਾ ਆंसर आ जाएगा डी। एफ डी उरे क्यों हो सकती है, उरे कोई मैंशन नहीं है कि मैं 1 साल तो उपर की एफ डी है, जे 6 महीनों की भी हो सकती है, जे 6 महीनों की हमेशा मेरी करंट एसेट होएगी, फिक्स एसेट नहीं हो सकती। व्हीकल जो मैं बिजनेस लिए यूज़ कर रहा हूँ हमेशा फिक्स एसेट होएगा क्योंकि लॉन्ग टर्म प्रोसैस लिए मैं यूज़ करदा। अगला क्वेश्चन है विच ऑफ द फॉलोइंग आर इन करंट एसेट, ये जो केड़ी स्टेटमेंट ऐसी है जो करंट एसेट्स हैं, दसो सन्डी डेटर्स, स्टॉक, प्रीपेड इंश्योरेंस, या डी ऑल ए बी एंड सी अबाउ। ਇਹਦਾ आंसर आ जाएगा डी, सन्डी डेटर्स, स्टॉक्स, प्रीपेड इंश्योरेंस में सारे मेरे की ने करंट एसेट्स ने। ठीक है, करंट एसेट की होंगे ने विद इन 12 मंथ्स च मैं ਜਾਂ ਤਾਂ ਉਹ ਵੱਧ ਜਾਣ ਜਾਂ ਤਾਂ ਉਹ ਘੱਟ ਜਾਣ। ਠੀਕ ਹੈ ਫਰੈਂड्स, TDS अपीयर्स इन द बैलेंस शीट, TDS ਤਾਂ ਸਾਨੂੰ ਪਤਾ ਲੱਗ ਗਿਆ बैलेंस शीट 'ਚ ਆਉਂਦੀ ਹੈ। ਠੀਕ ਹੈ, ਤਾਂ ਉਹ ਦੱਸੋ ਕਿ ਕਿਹੜੀ ਸਾਈਡ ਆਊਗੀ, बैलेंस शीट ਤਾਂ ਆਊਗੀ, ਮੈਂ ਕਿਹੜੀ ਸਾਈਡ ਆਊਗੀ, ਐਸੈਟ ਸਾਈਡ ਆਊਗੀ ਕਰੰਟ ਐਸੈਟ ਦੇ ਅੰਡਰ, ਜਾਂ ਐਸੈਟ ਸਾਈਡ ਆਊਗੀ ਲੋਨਸ ਐਂਡ ਐਡਵਾਂਸਿਸ ਦੇ ਅੰਡਰ, ਜਾਂ ਲਾਇਬਿਲਿਟੀ ਸਾਈਡ ਆਊਗੀ ਕਰੰਟ ਲਾਇਬਿਲਿਟੀ ਦੇ ਅੰਦਰ, ਲਾਇਬਿਲਿਟੀ ਸਾਈਡ ਆਊਗੀ ਅੰਡਰ ਪ੍ਰੋਵੀਜ਼ਨਸ ਆਊਗੀ। ਦੱਸੋ ਕਿਹੜੀ ਸਾਈਡ ਆਊਗੀ ਜਿਹੜੀ TDS है, ये आएगा हमेशा मेरा लाइबिलिटी साइड, मैंने पे करना है, TDS की तरह तो मेरी पेमेंट है। ठीक है, मैंने पे करनी है, मेरी लाइबिलिटी है, वो मैं करंट लाइबिलिटी के अंडर पाऊंगा। ठीक है फ्रेंड्स, अगला क्वेश्चन है विच ऑफ द फॉलोइंग अकाउंट्स अपीयर इन द बैलेंस शीट ऑफ द बिजनेस, जो किहड़े अकाउंट्स मेरे बैलेंस शीट आउंदे ने, स्टॉक एट द एंड ऑफ द फाइनेंशियल ईयर पहला ऑप्शन, सैकेंड स्टॉक एट द बिगिनिंग ऑफ द फाइनेंशियल ईयर, फिर आएगा ड्रॉइंग्स पे प्रीपेड रेंट। ये जो किहड़ी ऐसी स्टेटमेंट्स हैं जो मेरी बैलेंस शीट आउंदियां ने मैनूं दसो। या फिफ्थ हैगा इंटरस्ट रिसीव्ड बट नॉट येट अर्नड। ऑप्शन दिते हुए ने फर्स्ट अबाव, थर्ड अबाव, फर्स्ट एंड थर्ड अबाव, फर्स्ट थर्ड फोर्थ फिफ्थ अबाव। इसका आंसर आ जाएगा डी ऑप्शन, फर्स्ट थर्ड फोर्थ एंड फिफ्थ अबाव, क्योंकि जिहड़ा बिगिनिंग ऑफ द ईयर है फाइनेंशियल ईयर, यानी कि ओपनिंग स्टॉक हमेशा ट्रेडिंग अकाउंट च आ जाता है, क्लोजिंग स्टॉक जिहड़ा ट्रेडिंग अकाउंट च भी आता है तो बैलेंस शीट भी चला जाता है। ठीक है फ्रेंड्स, ड्रॉइंग्स भी जाती हैं, प्रीपेड रेंट भी जाता है, इंटरस्ट रिसीव जिहड़ा बट नॉट येट अर्नड वो भी मेरा बैलेंस शीट में चला जाता है। ठीक है फ्रेंड्स, विच ऑफ द फॉलोइंग इज नॉट अ इंटेंजिबल एसेट, दसो ये जो केड़ा इंटेंजिबल एसेट नहीं है, दसो ट्रेडमार्क, फ्रेंचाइज, अकाउंट रिसीवेबल, सीक्रेट प्रॉफिट। इसका आंसर आ जाएगा सी ऑप्शन, अकाउंट रिसीवेबल मेरा इंटेंजिबल एसेट नहीं है। इंटेंजिबल एसेट किहनूं कहंदे आपां, जो सानूं दिखाई नहीं दिंदे मगर साडे वो एसेट्स हैं, साडे बिजनेस में वैल्यू पाउंदे ने। ट्रेडमार्क हो सकता है, फ्रेंचाइज हो सकता है, सीक्रेट प्रॉफिट हो सकता है। ठीक है, अगला क्वेश्चन है क्लोजिंग एंट्रीज आर जनरली पास, क्लोजिंग एंट्री आप क्यों पास करते हैं, कादे लिए पास करते हैं, एट द टाइम ऑफ ओपनिंग न्यू बुक्स ऑफ अकाउंट्स होंदा है, या एट द टाइम ऑफ क्लोजिंग द अकाउंट्स होंदा है, ड्यूरिंग द कोर्स ऑफ अकाउंटिंग पीरियड एनी टाइम हो सकता है, आफ्टर सर्टिफिकेशन ऑफ द अकाउंट्स हो सकता है। दसो इसका आंसर आ जाएगा बी ऑप्शन, एट द टाइम ऑफ क्लोजिंग दी अकाउंट्स। ठीक है फ्रेंड्स, जो आप क्लोजिंग अकाउंट करते हैं उदो आप क्लोजिंग एंट्री भी जनरल पास करते हैं। ठीक है, अगला क्वेश्चन है कैरेज ऑन गुड्स परचेज मैं कितने शो करता, दसो जिहड़े मैं कैरेज दी है परचेज करने के गुड्स के मैं कितने शो कराँगा, पीएनएल अकाउंट, कैपिटलाइज विद वर्क इन प्रोग्रेस, ट्रेडिंग अकाउंट, शो एंड बैलेंस शीट। दसो इसका आंसर आ जाएगा ट्रेडिंग अकाउंट। ठीक है फ्रेंड्स, ट्रेडिंग अकाउंट में मेरा डायरैक्ट एक्सपेंसिस इस तरह का, तो हमेशा मेरा ट्रेडिंग अकाउंट में मैं डेबिट साइड से शो कराँगा। ठीक है, ट्रेडिंग अकाउंट में मैं किमें पाना, ठीक है, इस सारी मेरी आइटम्स पैणगियां, परचेसिस, डायरैक्ट एक्सपेंसिस। ठीक है, ठीक है, तो उरे परचेसिस कितने होंगे, ओपनिंग स्टॉक आ जाएगा, तो उरे सेल आ जाएगी, सेल चो मैं इनू माइनस कराँगा। ठीक है, मेरा ग्रोस प्रॉफिट आ जाएगा, ग्रोस प्रॉफिट अगों पीएनएल अकाउंट में जाएगा। ठीक है, क्रेडिट साइड पर। अगला क्वेश्चन है विच ऑफ दिस इज नॉट एन ऑपरेटिंग इनकम, जो मेरी केड़ी बिजनेस की ऑपरेटिंग इनकम नहीं है, इनकम फ्रॉम द सेल ऑफ ट्रेडिंग गुड्स, बैड डेट्स रिकवर्ड, इंटरेस्ट ऑन एफडी, नन। दसो
ਇਹਦਾ ਆਂਸਰ ਆ ਜਾਏਗਾ ਇੰਟਰਸਟ ਔਨ ਐਫਡੀ। ਠੀਕ ਹੈ, ਇੰਟਰਸਟ ਔਨ ਐਫਡੀ ਜਿਹੜਾ ਹੈ ਉਹ ਮੇਰਾ ਕਦੇ ਵੀ ਆਪਰੇਟਿੰਗ ਇਨਕਮ ਨਹੀਂ ਹੋ ਸਕਦਾ, ਕਿਉਂਕਿ ਉਹ ਸਿੱਧਾ ਬਿਜ਼ਨਸ ਨਾਲ ਉਹਦਾ ਕੋਈ ਰਿਲੇਸ਼ਨ ਨਹੀਂ ਹੈ। ਠੀਕ ਹੈ ਫਰੈਂਡਸ, ਅਗਲਾ ਕੁਐਸਚਨ ਹੈ ਵਿਚ ਆਫ ਦਾ ਫਾਈਂਡ ਦਾ ਕੋਸਟ ਆਫ ਗੁੱਡ ਸੋਲਡ ਇਫ ਦਾ ਗੁੱਡਸ ਆਰ ਸੋਲਡ ਐਟ ਦੀ ਸੋਲਡ ਫॉर 2000 ਐਟ 25% ਪ੍ਰੋਫਿਟ ਔਨ ਕੋਸਟ, ਯਾਨੀ ਕਿ 125% ਹੈ ਤਾਂ ਮੈਨੇ ਕੋਸਟ ਆਫ ਗੁੱਡ ਸੋਲਡ ਕੱਢਣਾ। ਦੱਸੋ ਕਿਵੇਂ ਆਏਗਾ? 1600, 1500, 1000, 1800। ਦੱਸੋ। ਮਾफ़ ਕਰਿਓ ਜੇ ਪਿੱਛੋਂ ਕੋਈ ਤੁਹਾਨੂੰ ਆਵਾਜ਼ ਆ ਰਹੀ ਹੈ, ਐਕਚੁਅਲੀ ਬਾਹਰ ਟ੍ਰੈਫਿਕ ਬਹੁਤ ਜ਼ਿਆਦਾ ਉਹਦੇ ਕਰਕੇ ਤੁਹਾਨੂੰ ਅੱਜ ਆਵਾਜ਼ ਆ ਸਕਦੀ ਹੈ। ਜੇ ਉਸ ਕਰਕੇ ਤੁਹਾਨੂੰ ਥੋੜ੍ਹੀ ਵੀ ਪ੍ਰੋਬਲਮ ਆਵੇ ਤਾਂ ਮੇਰੇ ਵੱਲੋਂ ਮਾफ़ੀ। ਇਹਦਾ ਆਂਸਰ ਆ ਜਾਏਗਾ 1600। ਕਿਵੇਂ ਆਏਗਾ? ਕਿਉਂਕਿ 125% ਦਿੱਤਾ ਹੋਇਆ। ਠੀਕ ਹੈ, ਮੈंने ਕੋਸਟ ਗੁੱਡ ਸੋਲਡ ਕਰਨਾ, ਇਹ 'ਚ ਪ੍ਰੋਫਿਟ ਵੀ ਐਡ ਹੈ, मैंने ਪ੍ਰੋਫਿਟ ਕੱਢ ਦੇਣਾ। ਠੀਕ ਹੈ, ਤਾਂ ਜਦੋਂ ਮੈਂ 2000 ਨੂੰ 100/125 ਕਰਾਂਗਾ ਤਾਂ ਮੇਰਾ 1600 ਆਂਸਰ ਆ ਜਾਏਗਾ। ਠੀਕ ਹੈ ਫਰੈਂਡਸ, ਅਗਲਾ ਕੁਐਸਚਨ ਹੈ ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਅ ਫੀਚਰ ਆਫ ਦੀ ਪ੍ਰੋਮਿਸਰੀ ਨੋਟ, ਇਹ 'ਚੋਂ ਕਿਹੜਾ ਮੇਰਾ ਪ੍ਰੋਮਿਸਰੀ ਨੋਟ ਦਾ ਫੀਚਰ ਨਹੀਂ ਹੈ? ਇਟ ਮਸਟ ਬੀ ਇਨ ਰਾਈਟਿੰਗ, ਇਟ ਕੰਟੇਨਸ ਐਨ ਅਨਕੰਡੀਸ਼ਨਲ ਪ੍ਰੋਮਿਸ ਟੂ ਪੇ, ਇਟ ਇਜ਼ ਪੇਬਲ ਟੂ ਦਾ ਬੀਅਰਰ, ਇਟ ਮਸਟ ਬੀ ਸਾਈਨਡ ਬਾਈ ਦਾ ਮੇਕਰ। ਦੱਸੋ। ਇਹਦਾ ਆਂਸਰ ਆ ਜਾਏਗਾ ਇਟ ਇਜ਼ ਦਾ ਪੇਬਲ ਟੂ ਦਾ ਬੀਅਰਰ। ਇਹ ਮੇਰਾ ਕੋਈ ਵੀ ਫੀਚਰ ਪ੍ਰੋਮਿਸਰੀ ਨੋਟ ਦਾ ਨਹੀਂ ਹੈ। ਬਾਕੀ ਜਿਹੜੇ ਨੋਟ ਹੈ ਮਸਟ ਬੀ ਇਨ ਰਾਈਟਿੰਗ, ਕੰਟੇਨਸ ਅਨਕੰਡੀਸ਼ਨਲ ਪ੍ਰੋਮਿਸ ਟੂ ਪੇ, ਮਸਟ ਬੀ ਸਾਈਨਡ ਬਾਈ ਦਾ ਮੇਕਰ, ਇਹ ਹਮੇਸ਼ਾ ਮੇਰੇ ਜਿਹੜੇ ਪ੍ਰੋਮਿਸਰੀ ਨੋਟ ਦੇ ਫੀਚਰਸ ਨੇ। ਮਗਰ ਇਸ ਪੇਬਲ ਟੂ ਦਾ ਬੀਅਰਰ ਇਹ ਜ਼ਰੂਰੀ ਨਹੀਂ ਹੈ। ਠੀਕ ਹੈ, ਹਾਊ ਮੈਨੀ ਪਾਰਟੀਜ਼ ਇਨਵੋਲਡ ਇਨ ਦਾ ਬਿੱਲ ਆਫ ਐਕਸਚੇਂਜ। ਦੱਸੋ, ਮੈਂ ਤੁਹਾਨੂੰ ਕਰਾਇਆ ਸੀ ਬਿੱਲ ਆਫ ਐਕਸਚੇਂਜ, ਤੁਸੀਂ ਮੈਨੂੰ ਦੱਸੋ ਕਿੰਨੀਆਂ ਪਾਰਟੀਆਂ ਇਨਵੋਲਡ ਹੋ ਸਕਦੀਆਂ? 4, 2, 3, 5। ਕਿਹੜਾ ਆਪਸ਼ਨ ਠੀਕ ਹੋਏਗਾ ਇਸ 'ਚੋਂ? ਇਹ ਹੋ ਜਾਏਗਾ 3 ਪਾਰਟੀਆਂ। ਜਾਂ ਤਾਂ ਡਰੋਅਰ ਹੋ ਸਕਦਾ, ਡਰੋਈ ਹੋ ਸਕਦਾ ਜਾਂ ਪੇਈ ਹੋ ਸਕਦਾ। ਠੀਕ ਹੈ ਫਰੈਂਡਸ, ਠੀਕ ਹੈ ਨਾ ਫਰੈਂਡਸ। ਅਗਲਾ ਕੁਐਸਚਨ ਹੈ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ ਵਾਸ ਇਨੈਕਟਿਡ ਇਨ, ਕਦੋਂ ਐਕਟ ਇਨੈਕਟਿਡ ਕੀਤਾ ਗਿਆ ਸੀ? 1981, 1881, 1871, 2001। ਦੱਸੋ। ਇਹਦਾ ਆਂਸਰ ਆ ਜਾਏਗਾ 1981। ਠੀਕ ਹੈ ਫਰੈਂਡਸ, ਜਿਹੜਾ ਇਹ ਐਕਟ ਕੀਤਾ ਗਿਆ ਸੀ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ, ਉਹ ਮੈਂ 1981 ਵਿੱਚ ਹੀ ਐਕਟ ਕੀਤਾ ਗਿਆ ਸੀ। ਠੀਕ ਹੈ, ਭਾਰਤ ਸਰਕਾਰ ਦੁਆਰਾ 1981 ਵਿੱਚ ਹੀ ਇਸ ਨੂੰ ਪਾਸ ਕੀਤਾ ਗਿਆ ਸੀ। ਵਿਚ ਆਫ ਦਾ ਦੀਸ ਆਰ ਨੋਟ ਰਿਕੁਆਇਰਡ ਇਨ ਪ੍ਰੋਮਿਸਰੀ ਨੋਟ। ਦੱਸੋ, ਇਹ 'ਚੋਂ ਕਿਹੜਾ ਪ੍ਰੋਮਿਸਰੀ ਨੋਟ ਰਿਕੁਆਇਰਡ ਨਹੀਂ ਹੈ? ਅਸੈਪਟੈਂਸ, ਅਨਕੰਡੀਸ਼ਨਲ ਪ੍ਰੋਮਿਸ ਟੂ ਪੇ, ਪ੍ਰੋਪਰਲੀ ਸਟੈਂਪਡ, ਪੇਮੈਂਟ ਟੂ ਬੀ ਮੇਡ ਲੀਗਲ ਕਰੰਸੀ। ਇਹਦਾ ਆਂਸਰ ਆ ਜਾਏਗਾ ਅਸੈਪਟੈਂਸ। ਠੀਕ ਹੈ, ਪ੍ਰੋਮਿਸਰੀ ਨੋਟ ਹੈ, ਬਿੱਲ ਆਫ ਐਕਸਚੇਂਜ ਨਹੀਂ ਹੈ। ਬਿੱਲ ਆਫ ਐਕਸਚੇਂਜ ਵਿੱਚ ਸਾਨੂੰ ਅਸੈਪਟੈਂਸ ਦੀ ਲੋੜ ਪੈਂਦੀ ਹੈ, ਮਗਰ ਪ੍ਰੋਮਿਸਰੀ ਨੋਟ ਵਿੱਚ ਅਸੈਪਟੈਂਸ ਦੀ ਕੋਈ ਲੋੜ ਨਹੀਂ ਪੈਂਦੀ। ਠੀਕ ਹੈ ਫਰੈਂਡਸ, ਤਾਂ ਉਰੇ ਇਹ ਆਪਸ਼ਨ ਆ ਜਾਏਗਾ। ਅਗਲਾ ਕੁਐਸਚਨ ਹੈ ਰਿਟਾਇਰਮੈਂਟ ਆਫ ਦਾ ਬਿੱਲ ਇਸ ਐਕਸਚੇਂਜ ਮੀਨਸ, ਜੇ ਕੋਈ ਰਿਟਾਇਰਮੈਂਟ ਹੋ ਜਾਏ ਬਿੱਲ, ਉਹਦਾ ਕੀ ਮੀਨਿੰਗ ਹੁੰਦਾ ਹੈ? ਕੈਂਸਲੇਸ਼ਨ ਆਫ ਬਿੱਲ ਹੋ ਜਾਂਦਾ ਹੈ, ਪ੍ਰੀਮੈਚੁਅਰ ਪੇਮੈਂਟ ਹੋ ਜਾਂਦੀ ਹੈ, ਡਿਸਕਾਊਂਟ ਆਫ ਦਾ ਬਿੱਲ ਹੋ ਜਾਂਦਾ ਹੈ, ਐਂਡੋਰਸਮੈਂਟ ਆਫ ਦਾ ਬਿੱਲ ਹੋ ਜਾਂਦਾ ਹੈ। ਦੱਸੋ। ਇਹਦਾ ਆਂਸਰ ਆ ਜਾਏਗਾ ਪ੍ਰੀਮੈਚੁਅਰ ਪੇਮੈਂਟ ਹੋਊਗੀ, ਯਾਨੀ ਕਿ ਡਰੋਈ ਨੇ ਡਰੋ ਨੂੰ ਡਿਊ ਡੇਟ ਤੋਂ ਪਹਿਲੀ ਪੇਮੈਂਟ ਕਰਤੀ। ਠੀਕ ਹੈ ਫਰੈਂਡਸ, ਤਾਂ ਉਸ ਨੂੰ ਕੀ ਕਹਾਂਗਾ ਮੈਂ? ਰਿਟਾਇਰਮੈਂਟ ਆਫ ਦਾ ਬਿੱਲ। ਡਿਸਕਾਊਂਟਿੰਗ ਮਤਲਬ ਮੈਨੇ ਜਿਹੜਾ ਡਰੋਅਰ ਹੈ ਉਹਨੇ ਬੈਂਕ ਤੋਂ ਡਿਸਕਾਊਂਟ ਕਰਾ ਲਿਆ ਬਿੱਲ। ਠੀਕ ਹੈ, ਆਪ ਦਾ ਉਹਦਾ ਕੰਮ ਖਤਮ ਹੋ ਗਿਆ। ਠੀਕ ਹੈ, ਉਸਨੇ ਜਲਦੀ ਪੇਮੈਂਟ ਚਾਹੀਦੀ ਸੀ, ਉਹਨੇ ਬੈਂਕ ਤੋਂ ਲੈ ਲਈ ਅਤੇ ਡਿਊ ਡੇਟ 'ਤੇ ਬੈਂਕ ਨੇ ਜਾ ਕੇ ਡਰੋਈ ਤੋਂ ਲੈ ਲਈ। ਐਂਡੋਰਸਮੈਂਟ ਬਿੱਲ ਮਤਲਬ ਤੁਹਾਨੂੰ ਮੈਂ ਦੱਸ ਹੀ ਚੁੱਕਾ ਕਿ ਇਹ ਤਾਂ ਬੀ ਪਾਰਟੀ ਸੀ, ਤਾਂ ਇਹਨੇ ਅੱਗੋਂ ਸੀ ਨੂੰ ਪੈਸੇ ਦੇਣੇ ਸੀ, ਮਗਰ ਉਸ ਕੋਲ ਹਲੇ ਪੈਸੇ ਹੈ ਨਹੀਂ ਸੀ। ਉਹਨੇ ਬਿੱਲ ਚੱਕ ਕੇ ਜਿਹੜਾ ਬੀ ਤੋਂ ਪੈਸੇ ਲੈਣੇ ਸੀ, ਤਾਂ ਉਹਨੇ ਉਸਦਾ ਜਿਹੜਾ ਬਿੱਲ ਸੀ ਉਹ ਉਹਨੇ ਸੀ ਨੂੰ ਦੇ ਦਿੱਤਾ, ਤੂੰ ਜਾ ਕੇ ਡਿਊ ਡੇਟ ਤੋਂ ਸੀ ਤੋਂ ਪੈਸੇ ਲੈ ਲਈ। ਠੀਕ ਹੈ, ਉਹਦਾ ਕੰਮ ਖਤਮ ਹੋ ਗਿਆ। ਠੀਕ ਹੈ ਨਾ ਫਰੈਂਡਸ, ਤਾਂ ਉਸ ਨੂੰ ਕੀ ਕਹਾਂਗੇ ਆਪਾਂ ਕਿ ਇਹਨੇ ਜਿਹੜਾ ਆਪਣਾ ਬੀ ਦਾ ਬਿੱਲ ਹੈ ਉਹਨੂੰ ਕਿਹਨੂੰ ਇੰਡੋਰਸ ਕਰਤਾ? ਸੀ ਨੂੰ ਇੰਡੋਰਸ ਕਰਤਾ। ਅਗਲਾ ਕੁਐਸਚਨ ਹੈ ਔਨ ਅਰਲੀ ਰਿਟਾਇਰਮੈਂਟ ਆਫ ਦਾ ਬਿੱਲ ਆਫ ਐਕਸਚੇਂਜ ਹੂ ਸਫਰਡ ਦਾ ਲੋਸ। ਦੱਸੋ। ਆਫ ਇੰਟਰਸਟ, ਇੰਟਰਸਟ ਵੀ ਉਹਨੂੰ ਪੇ ਕਰਨਾ ਪਏਗਾ। ਠੀਕ ਹੈ, ਕਿਉਂਕਿ ਉਹ ਜੇ ਜਲਦੀ ਪੇਮੈਂਟ ਹੋ ਜਾਏਗੀ ਤਾਂ ਕੌਣ ਸਫਰ ਕਰੇਗਾ ਲੋਸ? ਦੱਸੋ। ਡਰੋਰ ਕਰੇਗਾ, ਡਰੋਈ ਕਰੇਗਾ, ਪੇਈ ਕਰੇਗਾ, ਨਨ ਕਰੇਗਾ। ਜੇ ਜਲਦੀ ਪੇਮੈਂਟ ਕਰਦੇ ਡਰੋਈ ਤਾਂ ਕਿਹਨੂੰ ਲੋਸ ਹੁੰਦਾ ਹੈ ਇੰਟਰਸਟ ਦਾ? ਇਹਦਾ ਆਂਸਰ ਆ ਜਾਏਗਾ ਡਰੋਰ। ਡਰੋਰ ਨੂੰ ਹੀ ਲੋਸ ਹੋਏਗਾ। ਠੀਕ ਹੈ, ਪ੍ਰੀਮੈਚੁਅਰ ਪੇਮੈਂਟ ਹੋ ਜਾਵੇ ਤਾਂ ਡਰੋਰ ਨੂੰ ਹੀ ਲੋਸ ਹੋਏਗਾ। ਜੁਆਇੰਟ ਬੈਂਕ ਅਕਾਊਂਟ ਕੀ ਹੁੰਦਾ ਹੈ? ਦੱਸੋ। ਨੋਮੀਨਲ ਅਕਾਊਂਟ ਹੁੰਦਾ ਹੈ, ਪਰਸਨਲ ਅਕਾਊਂਟ ਹੁੰਦਾ ਹੈ, ਰੀਅਲ ਅਕਾਊਂਟ ਹੁੰਦਾ ਹੈ, ਡੰਮੀ ਅਕਾਊਂਟ ਹੁੰਦਾ ਹੈ।
ਜੁਆਇੰਟ ਬੈਂਕ ਅਕਾਊਂਟ ਹਮੇਸ਼ਾ ਮੇਰਾ ਰੀਅਲ ਅਕਾਊਂਟ ਹੁੰਦਾ ਹੈ। ਠੀਕ ਹੈ ਫਰੈਂਡਸ, ਠੀਕ ਹੈ। अगला क्वेश्चन है IASB स्टैंड्स फॉर, दसो। इंटरनेशनल अकाउंटिंग स्टैंडर्ड बोर्ड, इंडियन अकाउंटिंग स्टैंडर्ड बोर्ड, इंस्टीट्यूशन ऑफ अकाउंटिंग स्टैंडर्ड बोर्ड, नन आ जाएगा, दसो। ਇਹਦਾ ਆਨਸਰ ਆਏਗਾ ਇੰਟਰਨੈਸ਼ਨਲ ਅਕਾਊਂਟਿੰਗ ਸਟੈਂਡਰਡ ਬੋਰਡ। ਇੰਟਰਨੈਸ਼ਨਲ ਅਕਾਊਂਟਿੰਗ ਸਟੈਂਡਰਡ ਬੋਰਡ ਕੀ ਹੈ ਕਿ ਸਾਡੇ ਅਕਾਊਂਟਿੰਗ ਸਟੈਂਡਰਡ डिज़ाइन करता है, ठीक है। फिर वो ਵੱਖ-ਵੱਖ कंट्री के हिसाब से जिस हिसाब से किसी ने रेगूलेशन उसके कानून के हिसाब से जिन्हें इनैक्ट करना होंगे उस अपनी कंट्री उस हिसाब से इनैक्ट कर लेंदी है, ठीक है फ्रेंड्स। तो मैं जो उपरला क्वेश्चन तुहानूं कराया ना जॉइंट बैंक अकाउंट, आई थिंक रियल अकाउंट नहीं होएगा, ये परसनल अकाउंट होएगा, ठीक है फ्रेंड्स। जॉइंट बैंक अकाउंट ध्यान नाल चैक कर लो, ये परसनल अकाउंट होएगा, ठीक है फ्रेंड्स। अगला क्वेश्चन है इन द इंडियन अकाउंटिंग स्टैंडर्ड बोर्ड आर मैंडेटरी फॉर, इंडियन अकाउंटिंग स्टैंडर्ड बोर्ड किहदे लई मैंडेटरी हो सकते हैं। ਹੁਣ ਤੁਹਾਨੂੰ ਇਹ ਤਾਂ ਪਤਾ ਲੱਗ ਗਿਆ ਇੰਟਰਨੈਸ਼ਨਲ ਅਕਾਊਂਟਿੰਗ ਸਟੈਂਡਰਡ ਬੋਰਡ ਤੁਹਾਨੂੰ ਮੈਂ ਦੱਸ ਹੀ ਚੁੱਕਾ। ਫਿਰ ਹਰੇਕ ਕੰਟਰੀ ਆਪਣੇ ਉਸ ਅਕਾਊਂਟਿੰਗ ਸਟੈਂਡਰਡ ਵਿੱਚ ਜਿੰਨੇ ਵੀ ਸਟੈਂਡਰਡਸ ਹਨ ਉਸ 'ਚੋਂ ਕਿੰਨੇ ਇਨੈਕਟ ਕਰਨੇ ਨੇ, ਕਿੰਨਾ 'ਚ ਆਪਣਾ ਰੂਲਸ ਰੈਗੂਲੇਸ਼ਨ ਲਗਾਉਣੀਆਂ ਨੇ, ਉਹਨੇ ਉਹ ਇੰਡੀਅਨ ਅਕਾਊਂਟਿੰਗ ਸਟੈਂਡਰਡ ਬੋਰਡ ਆਪਣੀ ਕੰਟਰੀ ਜਿਹੜੀ ਹੈ ਉਹ ਲਗਾ ਲੈਂਦੀ ਹੈ। ਫਿਰ ਉਹ ਕਿਸ ਲਈ ਲਾਗੂ ਹੁੰਦੇ ਆ ਦੱਸੋ, ਕਿਸ ਲਈ ਮੈਂਡੇਟਰੀ ਹੈ। ਕਾਰਪੋਰੇਟ ਬੋਡੀਜ਼ ਯਾਨੀ ਕਿ ਪ੍ਰਾਈਵੇਟ ਬੋਡੀਜ਼, ਪ੍ਰੋਵਾਈਡਰ ਕੰਸਰਨਸ, ਕੋਆਪਰੇਟਿਵ ਸੋਸਾਇਟੀਜ਼, ਆਲ ਆਫ ਦੀ 3 ਕਿਹਨਾਂ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ये हो जाएगा कॉर्पोरेट बॉडीज़, कॉर्पोरेट बॉडीज़ लिए में ज़्यादा जरूरी नहीं, ठीक है फ्रेंड्स। अगला क्वेश्चन है विच ऑफ दिस नोट आ कोज ऑफ डेप्रीशिएशन, इन्हों चो केड़ी कोज नहीं है डेप्रीशिएशन की दसो। यूसेज, पैसेज ऑफ टाइम, फॉल इन द मार्केट डिमांड, वियर एंड टीयर। इसका आंसर आ जाएगा सी ऑप्शन, फॉल इन मार्केट डिमांड। फॉल इन मार्केट डिमांड मेरा कोई भी कारण नहीं बनता डेप्रीशिएशन अकाउंट का, ठीक है, डेप्रीशिएशन चार्ज करने का। अगला क्वेश्चन है विच ऑफ दिस अकाउंट्स आर नॉट क्लोज्ड इन ट्रेडिंग अकाउंट, विचों किहड़े अकाउंट्स मैं क्लोज नहीं करता ट्रेडिंग अकाउंट में, दसो। सेल्स, परचेज, वेजिस, डेप्रीशिएशन। इसका आंसर आ जाएगा डेप्रीशिएशन। डेप्रीशिएशन कभी भी मैं ट्रेडिंग अकाउंट नहीं दिखाऊंगा, इन्होंने हमेशा पीरियड अकाउंट दिखाना, वो भी डेबिट साइड दिखाना, इनडायरेक्ट एक्सपेंसिस है मेरे, ठीक है फ्रेंड्स। तो डी ऑप्शन आ जाएगा। अगला क्वेश्चन है हाउ डज द डेप्रीशिएशन इफेक्ट द बेसिक अकाउंटिंग इक्वेशन, डेप्रीशिएशन किस तरह इफेक्ट करता है दसो। लीड्स टू डिक्रीज इन एसिड, एसिड घटा दिंदा है, तो शेयर होल्डर की इक्विटी घटा दिंदा है, या एसिड गल्ले घटाउंदा है, या लाइबिलिटी घटाउंदा है, तो एसिड घटाउंदा है, या शेयर होल्डर की इक्विटी घटाउंदा है। की फर्क आउंदा दसो, इन्हां चार ऑप्शन चों किहड़ा ऑप्शन बेस्ट है। बेस्ट है, ठीक है, मतलब इसका आंसर आ जाएगा ए ऑप्शन, लीड्स टू डिक्रीज इन एसेट्स एंड शेयर होल्डर इक्विटी। मेरी इक्विटी भी घटाएगा तो मेरे एसेट में भी घटाएगा, ठीक है। बैलेंस शीट से हमेशा मैं डेप्रीशिएशन माइनस करके पाऊँगा, तो मेरा मतलब कि एसेट की वैल्यू भी घट जाती है, ठीक है। अगला क्वेश्चन है 1250 पेड फॉर दी रेजिडेंटाइल टेलीफोन बिल फॉर दी ऑफ द प्रोवाइडर विच ऑफ दिस अकाउंट्स विल बी डिटेल्ड, दसो। कोई 1250 पे किए उन्हें टेलीफोन बिल दे, वो भी अपने घर दे, तो उसमें किस तरह ट्रीट कराँगा दसो। किस अकाउंट से जाएंगे, वो कितने डिटेल से जाएंगे, किस अकाउंट से डिटेल से जाऊगी। हाउस होल्ड अकाउंट, ड्राइंग अकाउंट, टैलीफोन अकाउंट, नन। घर के खर्चे ध्यान नाल देखियो, सही चूज करो। इसका आंसर आ जाएगा ड्राइंग्स अकाउंट, ठीक है फ्रेंड्स। बी ऑप्शन ड्राइंग्स अकाउंट। ड्राइंग्स अकाउंट की है मेरे पर्सनल खर्चे हमेशा मैं किस पाऊँगा ड्राइंग्स अकाउंट च पाना, ये मेरे हमेशा कैपिटल चों माइनस हो जाते हैं। आज का लास्ट क्वेश्चन है टिक द करेक्ट स्टेटमेंट। पैटी कैश इज एक्सपेंस, बैलेंस शीट इज आल्सो नोन एज पोजिशनल स्टेटमेंट, रेवोल्यूशन अकाउंट इज रियल, डेप्रीशिएशन इज द प्रोसेस ऑफ वैल्यूएशन, दसो। इसका आंसर आएगा बी ऑप्शन, बैलेंस शीट इज आल्सो नोन एज द पोजिशनल स्टेटमेंट, ठीक है फ्रेंड्स। तो आप अज 50 क्वेश्चन देखे ने, तो मैं 2 क्वेश्चन पूछे ने 19वां तो 22वां। इसका आंसर तुम मैंने जरूर करो, तो जोड़े बच्चों के ठीक होएंगे उन्होंने मैं खुद रिप्लाई कराँगा, ठीक है। तो मैं
24 ਘੰਟੇ ਦੇ ਅੰਦਰ ਅੰਦਰ ਇਸਦਾ ਆਨਸਰ ਤੁਹਾਨੂੰ ਮੈਂ ਕਮੈਂਟ ਸੈਕਸ਼ਨ 'ਚ ਪ੍ਰੋਵਾਈਡ ਕਰਾ ਦਾਂਗਾ। ਠੀਕ ਹੈ, ਤੁਸੀਂ ਚੈੱਕ ਕਰ ਸਕਦੇ ਹੋ। ਠੀਕ ਹੈ ਫਰੈਂਡਸ, ਅੱਜ ਆਪਾਂ ਨੇ 50 ਕੁਐਸਚਨ ਦੇਖੇ ਨੇ ਤੇ ਮੈਨੂੰ ਉਮੀਦ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਬੱਚਿਆਂ ਨੇ ਅੱਛੇ ਮਤਲਬ ਅਟੈਂਪਟ ਸਹੀ ਕੀਤੇ ਹੋਣੇ। ਤੇ ਜ਼ਰੂਰ ਤੁਸੀਂ ਕਮੈਂਟ ਕਰਿਓ ਤੁਹਾਡੇ ਕਿੰਨੇ ਕੁ ਕੁਐਸਚਨ ਠੀਕ ਨੇ, ਭਾਵੇਂ ਘੱਟ ਠੀਕ ਹੈ ਤਾਂ ਵੀ ਕੋਈ ਚੱਕਰ ਨਹੀਂ। ਇਹ ਥੋੜ੍ਹੇ ਈਜ਼ੀ ਕੁਐਸਚਨ ਇਸ ਲਈ ਸੀ ਕਿਉਂਕਿ ਫਾਈਨੈਂਸ਼ੀਅਲ ਅਕਾਊਂਟਿੰਗ ਅਸੀਂ ਕਰ ਚੁੱਕੇ ਹਾਂ ਤੇ ਕਈ ਬੱਚਿਆਂ ਨੂੰ ਹਲੇ ਵੀ ਪ੍ਰੋਬਲਮ ਆ ਰਹੀ ਸੀ। ਠੀਕ ਹੈ ਨਾ, ਕਈ ਬੱਚਿਆਂ ਨੂੰ ਮੈਂ ਦੇਖਿਆ ਸੀ ਕਿ ਹਲੇ ਵੀ ਪ੍ਰੋਬਲਮ ਆ ਰਹੀ ਸੀ, ਤਾਂ ਉਹਨਾਂ ਲਈ ਮੈਂ ਇੱਕ ਵਾਰੀ ਦੁਬਾਰਾ ਲੈ ਕੇ ਆਇਆ ਤਾਂ ਕਿ ਰਿਵੀਜ਼ਨ ਵੀ ਹੋ ਜਾਵੇ, ਤੁਹਾਨੂੰ ਪਤਾ ਵੀ ਲੱਗ ਜਾਵੇ। ਠੀਕ ਹੈ ਫਰੈਂਡਸ, ਤਾਂ ਕਿ ਮੇਰੇ ਉਹ ਜਿਹੜੇ ਨਵੇਂ ਬੱਚੇ ਹਲੇ ਜੁੜ ਰਹੇ ਨੇ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ। ਠੀਕ ਹੈ, ਤਾਂ ਉਹ ਇੱਕ ਵਾਰੀ ਦੇਖ ਲੈਣ ਤਾਂ ਉਹਨਾਂ ਨੂੰ ਸਮਝ ਆ ਜਾਵੇ। ਠੀਕ ਹੈ, ਇਹ ਫਾਈਨੈਂਸ਼ੀਅਲ ਅਕਾਊਂਟਿੰਗ ਦੇ ਕੁਝ ਕੁਐਸਚਨ ਸੀ। ਠੀਕ ਹੈ, ਤੇ ਹੁਣ ਆਪਾਂ ਕੱਲ੍ਹ ਮਿਲਾਂਗੇ, ਨੈਕਸਟ ਕੰਸੈਪਟ ਕਰਾਂਗੇ ਕੋਸਟ ਅਕਾਊਂਟਿੰਗ ਜੋ ਆਪਣਾ ਚੱਲ ਰਿਹਾ ਸੀ। ਠੀਕ ਹੈ, ਜੇ ਤੁਹਾਨੂੰ ਮੇਰਾ ਲੈਕਚਰ ਅੱਛਾ ਲੱਗਿਆ ਹੋਵੇ ਕਿਰਪਾ ਕਰਕੇ ਲਾਈਕ ਕਰਿਓ, ਸ਼ੇਅਰ ਕਰਿਓ। ਠੀਕ ਹੈ, ਅਤੇ ਵੱਧ ਤੋਂ ਵੱਧ ਕਮੈਂਟ ਕਰਿਓ ਜੇ ਕੋਈ ਪ੍ਰੋਬਲਮ ਆਵੇ। ਠੀਕ ਹੈ ਫਰੈਂਡਸ, ਅਤੇ ਮੇਰੀ ਵੀਡੀਓ ਚਲਾਉਂਦੇ ਹੋਏ ਤੁਹਾਨੂੰ ਕੋਈ ਪ੍ਰੋਬਲਮ ਆਈ ਹੋਵੇ ਤਾਂ ਮਾਫੀ। ਅੱਜ ਥੋੜ੍ਹਾ ਬਾਹਰ ਸ਼ੋਰ ਜਿਹਾ ਸੀ ਤਾਂ ਸ਼ਾਊਟਿੰਗ ਥੋੜ੍ਹੀ ਸੀ, ਤਾਂ ਉਸ ਵੇਲੇ ਮੇਰੀ ਵੱਲੋਂ ਮਾਫੀ। ਠੀਕ ਹੈ ਫਰੈਂਡਸ, ਓਕੇ, ਥੈਂਕ ਯੂ।